गुरु का खास रूप। गुरु खालसा साध संगत जीओ। वाहे गुरु जी का खालसा, वाहे गुरु जी की फतेह। धन 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 श्री गुरु ग्रंथ साहिब महाराज जी की अपार कृपा सदका ये सुभागा समा आपां सारिआं नूं प्राप्त होया। गुरु महाराज कृपा करन आपां सारिआं नूं सावधानता, एकाग्रता, शरधा, भावना, प्रेम बख्श के शब्द सुरत का मिलाप कराउंदिआं होइआं ये पवित्र पावन विचारां कथा वारता नूं सुणन दा बल बुद्धि हिम्मत बख्शण। अज सतगुरु अपने पवित्र पावन अंग 58 तो आद विचकारों है 6 नंबर तो बाद अपने पवित्र पावन उपदेश बख्श के किरतार्थ कर रहे ने। आओ आपां अपनियां सुरतियां विरतियां नूं गुरु चरनां च एकागर करिए। गरीब नवाज दे अमोलक उपदेशां नूं श्रवण करके गुरु महाराज दियां खुशियां प्राप्त करिए। मेहरबान पिता जी फरमा रहे ने, शब्द मरै सो मर रहै, फिर मरै न दूजी वार। शब्द ही ते पाई है, हर नामे लगै प्यार। बिन शब्द जग भूला फिरै, मर जन्मै वारो वार। शब्द मरै ਜਿਹੜਾ ਜਗਿਆਸੂ, ਜਿਹੜੀ ਜੀਵ ਇਸਤਰੀ ਗੁਰੂ ਦੇ ਸ਼ਬਦ ਰਾਹੀਂ ਭਾਵ ਗੁਰੂ ਦੇ ਉਪਦੇਸ਼ ਰਾਹੀਂ ਇਹ ਸੰਸਾਰ ਵੱਲੋਂ ਮਰ ਜਾਂਦੀ ਹੈ। ਸੰਸਾਰ ਵੱਲੋਂ ਮਰਨ ਦਾ ਮਤਲਬ ਕੀ ਹੈ? ਸਾਧ ਸੰਗਤ ਜੀ, ਆਪਣੀਆਂ ਬਾਸ਼ਨਾਵਾਂ ਤੇ ਆਪਣੀਆਂ ਇਛਾਵਾਂ ਤੇ ਕਾਬੂ ਪਾ ਲੈਣਾ। ਆਪਣਾ ਮਨ ਤਾਂ ਬੜਾ ਕੁਛ ਚਾਹੁੰਦਾ ਹੈ, पर ਜਿਹੜੇ ਸਿਆਣੇ ਲੋਕ ਹੁੰਦੇ ਨੇ, ਗੁਰੂ ਦੇ ਭੈ ਵਾਲੇ ਹੁੰਦੇ ਨੇ, ਉਹ ਆਪਣੇ ਮਨ ਦੀਆਂ ਗਲਤ ਇਛਾਵਾਂ ਨੂੰ ਖਤਮ ਕਰ ਦਿੰਦੇ ਨੇ। ਵੀ ਮਨਾ, ਇਹਦੇ ਨਾਲ ਤੈਨੂੰ ਕੋਈ ਲਾਭ ਨਹੀਂ ਹੋਣਾ। ਜੋ ਤੂੰ ਮੰਗ ਰਿਹਾ ਹੈ, ਜੋ ਤੂੰ ਇੱਕ ਜਿਹੜੀ ਚੀਜ਼ ਦੀ ਇੱਛਾ ਕਰ ਰਿਹਾ ਹੈ, ਉਹਦਾ ਤੇਰੇ ਲਈ ਹਾਨੀਕਾਰਕ ਹੈ। ਉਹ ਤਾਂ ਤੇਰੀ ਬਦਨਾਮੀ ਦਾ ਕਾਰਨ ਬਣ ਜਾਣੀ ਆ ਉਹ ਇੱਛਾ ਨੇ। ਤਾਂ ਉਹ ਮਨ ਨੂੰ ਸਮਝਾ ਸਮਝਾ ਕੇ ਮਹਾਂਪੁਰਖ ਇਹ ਦੱਸਦੇ ਹੁੰਦੇ ਨੇ, ਕਹਿੰਦੇ ਇਹ ਦੁਨਿਆਵੀ ਬਾਸ਼ਨਾਵਾਂ ਨੂੰ ਤਾਂ ਇੱਧਰੋਂ ਮਨ ਮੋੜਨ ਵਾਸਤੇ ਨਾ, ਉਹ ਕਹਿੰਦੇ ਨੇ ਇਹਨਾਂ ਤਾਂ ਐਂ ਜਾਣੋ ਜਿਵੇਂ ਕਿਸੇ ਦੀ ਉਲਟੀ ਕੀਤੀ ਹੋਵੇ। ਕਿਸੇ ਦੀ ਕੀਤੀ ਹੋਈ ਉਲਟੀ ਤੋਂ ਆਪਾਂ ਨੂੰ ਸਭ ਤੋਂ ਵੱਧ ਗਲਿਆਨੀ ਆਉਂਦੀ ਹੈ। ਇਹ ਬਾਸ਼ਨਾਵਾਂ ਨੂੰ ਐਂ ਸਮਝੋ, ਕਾਂ ਦੀ ਬਿੱਠ ਵੀ ਕਿਹਾ ਵੀ ਕਾਂ ਦੀ ਬਿੱਠ ਵਰਗੀਆਂ ਸਮਝੋ, ਭਾਵ ਭੈੜੀਆਂ ਸਮਝੋ, ਗੰਦੀਆਂ ਸਮਝੋ। ਗੱਲ ਵੀ ਉਹਨਾਂ ਦੀ ਠੀਕ ਹੈ। ਕਹਿੰਦੇ ਫਿਰ ਇਹ ਮਨ ਨੂੰ ਸ਼ਬਦ ਦੇ ਰਾਹੀਂ ਜੋ ਮਰ ਜਾਂਦਾ, ਕਹਿੰਦੇ ਫਿਰ ਉਹ ਮਰ ਰਿਹਾ, ਉਹ ਮਰੇ ਹੀ ਰਹਿੰਦਾ। ਭਾਵ ਸੰਸਾਰ ਵੱਲੋਂ ਫਿਰ ਉਹਦੇ ਅੰਦਰ ਇਹ ਮਾਇਆ ਪ੍ਰਭਾਵਿਤ ਨਹੀਂ ਪਾਉਂਦੀ। ਫਿਰ ਮਰੈ ਨਾ ਦੂਜੀ ਵਾਰ, ਫਿਰ ਉਹ ਅਮਰ ਹੋ ਜਾਂਦਾ। ਸਾਧ ਸੰਗਤ ਜੀ, ਜਦੋਂ ਕੋਈ ਗੁਰੂ ਦੇ ਸ਼ਬਦ ਰਾਹੀਂ ਮਰਦਾ ਹੈ, ਫਿਰ ਉਹਨੂੰ ਦੂਜੀ ਵਾਰ ਮਰਨ ਦੀ ਲੋੜ ਨਹੀਂ ਪੈਂਦੀ। ਆਪਾਂ ਆਪਣੇ ਸ਼ਹੀਦਾਂ ਮਰੀਦਾਂ ਦੀ ਗੱਲ ਕਰੀਏ, ਯੋਧਿਆਂ ਦੀ ਗੱਲ ਕਰੀਏ, ਜਿਹਨੇ ਗੁਰੂ ਉਪਦੇਸ਼ ਨੂੰ ਮੰਨ ਕੇ ਜੰਗਾਂ ਯੁੱਧਾਂ ਦੇ ਵਿੱਚ ਜੂਝਦਿਆਂ ਹੋਇਆਂ ਜਾਂ ਹਕੂਮਤ ਦੇ ਜ਼ੁਲਮਾਂ ਨੂੰ ਸਹਿੰਦਿਆਂ ਹੋਇਆਂ ਸ਼ਹਾਦਤਾਂ ਪ੍ਰਾਪਤ ਕਰ ਲਈਆਂ। ਲੱਖਾਂ ਲੋਕ ਨਤਮਸਤਕ ਹੁੰਦੇ ਨੇ ਉੱਥੇ ਆ ਕੇ। ਉਹਨਾਂ ਦੀਆਂ ਯਾਦਾਂ ਦੇ ਵਿੱਚ ਪਾਠ ਹੁੰਦੇ ਨੇ, ਸ਼੍ਰੀ ਅਖੰਡ ਪਾਠ ਸਾਹਿਬ ਖੁੱਲ੍ਹਦੇ ਨੇ, ਮੇਲੇ ਲੱਗਦੇ ਨੇ। ਉਹ ਫਿਰ ਦੁਬਾਰੇ ਨਹੀਂ ਮਰਦੇ, ਉਹ ਤਾਂ ਅਮਰ ਹੋ ਜਾਂਦੇ ਨੇ, ਕਿਉਂਕਿ ਉਹ ਗੁਰੂ ਦੇ ਸ਼ਬਦ ਰਾਹੀਂ ਦੁਨੀਆ ਵਾਲੇ ਪਾਸਿਓਂ ਮਰ ਗਏ। ਸਾਧ ਸੰਗਤ ਜੀ, ਇੱਕ ਸਿਧਾਂਤ ਇਹ ਵੀ ਹੈ, ਜਿਹੜਾ ਸਾਡਾ ਤਨ ਹੈ, ਇਹਦੀ ਪੈਦਾਇਸ਼ ਮਿੱਟੀ ਤੋਂ ਹੋਈ ਹੈ। ਇਹ ਮਿੱਟੀ ਉਹ ਇਹਦਾ ਮੇਨ ਤੱਤ ਹੈ।
ਜੋ ਅਸੀਂ ਭੋਜਨ ਦੇ ਰੂਪ ਵਿੱਚ ਖਾਂਦੇ ਹਾਂ ਉਹ ਮਿੱਟੀ 'ਚੋਂ ਹੀ ਪੈਦਾ ਹੁੰਦਾ ਹੈ। ਐਂ ਸਮਝ ਲਓ ਕਿ ਮਿੱਟੀ ਦਾ ਬਦਲਿਆ ਹੋਇਆ ਰੂਪ ਹੀ ਆਪਾਂ ਖਾਂਦੇ ਹਾਂ। ਇਹ ਮਿੱਟੀ ਤੋਂ ਪੈਦਾ ਹੋਇਆ ਹੈ, ਇਹਦਾ ਖਾਣਾ ਪੀਣਾ ਆਧਾਰ ਹੈ। ਜਿਹੜਾ ਸਾਡਾ ਮਨ ਹੈ ਉਹ ਮਿੱਟੀ ਤੋਂ ਪੈਦਾ ਨਹੀਂ ਹੋਇਆ, ਉਹ ਪਰਮਾਤਮਾ ਦੇ ਨੂਰ ਤੋਂ ਪੈਦਾ ਹੋਇਆ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਉਹ ਜੋਤ ਰੂਪ ਹੈ। ਹੁਣ ਉਹਦਾ ਭੋਜਨ ਇਹ ਖਾਦ ਪਦਾਰਥ ਨਹੀਂ ਹੈਗੇ, ਉਹਦਾ ਭੋਜਨ ਹੈ ਸਿਮਰਨ, ਸ਼ੁਭ ਵਿਚਾਰ, ਉਹਦਾ ਭੋਜਨ ਹੈ। ਮਨ ਜਿਉਂਦੇ ਮਨ ਦੀ ਪਹਿਚਾਣ ਇਹ ਹੈ ਕਿ ਇਹਦੇ ਵਿੱਚ ਸਵਾਸ ਚੱਲਦੇ ਨੇ। ਜਦੋਂ ਕਿਸੇ ਬੰਦੇ ਦੀ ਪਹਿਚਾਣ ਕਰਨੀ ਹੋਵੇ ਇਹ ਜਿਉਂਦਾ ਹੈ ਜਾਂ ਮਰਿਆ ਤਾਂ ਉਹਦੇ ਨੱਕ ਅੱਗੇ ਹੱਥ ਕਰਕੇ ਸਿਆਣੇ ਬੰਦੇ ਦੇਖਦੇ ਨੇ ਕਿ ਇਹਦੇ ਸਵਾਸ ਚੱਲ ਰਹੇ ਨੇ, ਜਾਂ ਉਹਦੀ ਨਬਜ਼ ਦੇਖਦੇ ਨੇ ਕਿ ਇਹਦੀ ਨਬਜ਼ ਚੱਲ ਰਹੀ ਹੈ। ਜਿਉਂਦੇ ਮਨ ਦੀ ਪਹਿਚਾਣ ਇਹ ਹੁੰਦੀ ਹੈ ਇਹਦੇ ਅੰਦਰ ਵਾਸ਼ਨਾਵਾਂ ਚੱਲਦੀਆਂ ਨੇ, ਇਹਦੇ ਅੰਦਰ ਵਾਸ਼ਨਾਵਾਂ ਚੱਲਦੀਆਂ ਨੇ। ਤਨ ਨੇ ਮਰ ਕੇ ਮਿੱਟੀ ਹੀ ਹੋਣਾ ਹੁੰਦਾ ਹੈ, ਕਿਉਂਕਿ ਇਹ ਮਿੱਟੀ ਤੋਂ ਪੈਦਾ ਹੋਇਆ। ਮਨ ਨੇ ਮਰ ਕੇ ਉਸ ਰੱਬੀ ਨੂਰ ਦੇ ਵਿੱਚ ਮਿਲਣਾ ਹੁੰਦਾ ਹੈ। ਪਰ ਸਮੱਸਿਆ ਇੱਥੇ ਖੜੀ ਹੋ ਜਾਂਦੀ ਹੈ, ਅਸੀਂ ਮਨ ਨੂੰ ਖੁਰਾਕ ਨਹੀਂ ਦਿੰਦੇ, ਇਸ ਕਾਰਨ ਇਹ ਵਾਸ਼ਨਾ ਦਾ ਵਧਿਆ ਰਹਿ ਜਾਂਦਾ। ਸਾਧ ਸੰਗਤ ਜੀ, ਜੇ ਕਿਤੇ ਤਨ ਦੇ ਮਿੱਟੀ ਹੋਣ ਤੋਂ ਪਹਿਲਾਂ ਮਨ ਆਪਣੇ ਅਸਲੇ ਵਿੱਚ ਨਾ ਰਲੇ, ਭਾਵ ਆਪਣੇ ਪਰਮਾਤਮਾ ਦੇ ਵਿੱਚ ਅਭੇਦ ਨਾ ਹੋਵੇ, ਫਿਰ ਮਹਾਰਾਜ ਕਹਿੰਦੇ ਵਾਸ਼ਨਾ ਵੱਧਾ ਆਵੈ ਜਾਵੈ, ਫਿਰ ਇਹਨੂੰ ਵਾਰੀ ਵਾਰੀ ਜਨਮ ਮਿਲਦੇ ਨੇ, ਹੋਰ ਜਨਮ ਮਿਲਦੇ ਨੇ। ਹੁਣ ਗਰੀਬ ਨਵਾਜ਼ ਇਹੀ ਆਪਾਂ ਨੂੰ ਕਹਿ ਰਹੇ ਨੇ, ਸ਼ਬਦ ਮਰੈ ਸੋ ਮਰ ਰਹਿ, ਫਿਰ ਮਰੈ ਨਾ ਦੂਜੀ ਵਾਰ। ਗੁਰੂ ਦੇ ਸ਼ਬਦ ਰਾਹੀਂ, ਗੁਰੂ ਦੇ ਉਪਦੇਸ਼ ਰਾਹੀਂ ਜਿਹੜਾ ਇਸ ਦੁਨੀਆ ਵਾਲੇ ਪਾਸਿਓਂ ਮਰ ਗਿਆ, ਫਿਰ ਉਹਨੂੰ ਦੂਜੀ ਵਾਰ ਮਰਨ ਦੀ ਲੋੜ ਨਹੀਂ ਪੈਂਦੀ। ਉਹ ਤਾਂ ਅਮਰ ਹੋ ਜਾਂਦਾ। ਸ਼ਬਦੈ ਹੀ ਤੇ ਪਾਈਐ, ਹਰ ਨਾਮੇ ਲੱਗੈ ਪਿਆਰ। ਗੁਰੂ ਦੇ ਉਪਦੇਸ਼ ਤੋਂ ਹੀ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਸਾਧ ਸੰਗਤ ਜੀ, ਗੁਰੂ ਨੇ ਉਪਦੇਸ਼ ਸਾਨੂੰ ਦਿੱਤਾ ਹੈ, ਵਾਹਿਗੁਰੂ 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 ਵਾਹਿਗੁਰੂ। ਫਿਰ ਜਦੋਂ ਅਸੀਂ ਦਾ ਵਾਰੀ ਵਾਰੀ ਜਾਪ ਕਰਦੇ ਹਾਂ, ਫਿਰ ਇਹਦੇ ਵਿੱਚੋਂ ਨਾਮ ਦੀ ਪ੍ਰਾਪਤੀ ਹੁੰਦੀ ਹੈ। ਨਾਮ ਤਾਂ ਤਤ ਰੂਪ ਹੋ ਗਿਆ ਨਾ। ਸਾਧ ਸੰਗਤ ਜੀਓ, ਹੁਣ ਸਾਡੀ ਪ੍ਰੋਬਲਮ ਇਹ ਹੈ, ਅਸੀਂ ਪਾਠ ਵੀ ਕਰਦੇ ਹਾਂ, ਨਿਤਨੇਮ ਵੀ ਕਰਦੇ ਹਾਂ, ਸਿਮਰਨ ਵੀ ਕਰਦੇ ਹਾਂ, ਪਰ ਅਸੀਂ ਉਹਨੂੰ ਆਪਣੇ ਕੰਨਾਂ ਨਾਲ ਸੁਣਦੇ ਨਹੀਂ। ਜਿਵੇਂ ਸਾਡੇ ਭੋਜਨ ਦਾ ਰਸਤਾ ਸਾਡਾ ਮੂੰਹ ਹੈ, ਅਸੀਂ ਮੂੰਹ ਦੇ ਰਾਹੀਂ ਭੋਜਨ ਖਾਂਦੇ ਹਾਂ, ਉਹ ਸਾਡੇ ਜਿਹੜਾ ਹੈ ਭੋਜਨ ਨਾਲੀ ਦੇ ਰਾਹੀਂ ਸਾਡੇ ਹਿਰਦੇ ਵਿੱਚ ਪਹੁੰਚਦਾ ਹੈ, ਸਾਡੇ ਜਿਗਰ 'ਚ ਪਹੁੰਚਦਾ ਹੈ। ਉੱਥੋਂ ਫਿਰ ਉਹਦਾ ਖੂਨ ਬਣਦਾ ਹੈ, ਮਿੱਝ ਬਣਦੀ ਹੈ, ਹੱਡੀਆਂ ਬਣਦੀਆਂ ਨੇ, ਸਾਡੇ ਸਰੀਰ ਨੂੰ ਤਾਕਤ ਮਿਲਦੀ ਹੈ। ਪਰ ਇਹ ਨਾਮ ਦਾ, ਬਾਣੀ ਦਾ ਰਸਤਾ ਮੂੰਹ ਨਹੀਂ ਹੈ। ਮੂੰਹ 'ਚ ਤਾਂ ਤਿਆਰ ਹੁੰਦਾ ਭੋਜਨ, ਇਹ ਭਜਨ ਰੂਪੀ ਭੋਜਨ ਹੈ ਜਿਹੜਾ ਮੂੰਹ 'ਚ ਤਾਂ ਤਿਆਰ ਹੁੰਦਾ। ਇਹਦਾ ਸਾਡੇ ਅੰਦਰ ਜਾਣ ਦਾ, ਪ੍ਰਵੇਸ਼ ਕਰਨ ਦਾ ਰਸਤਾ ਹੈਗਾ ਸਾਡੇ ਕੰਨ। ਜਦੋਂ ਅਸੀਂ ਫਰਜ਼ ਕਰ ਲਓ, ਅਸੀਂ ਇੱਕ ਓੰਕਾਰ ਦਾ ਜਾਪ ਕਰ ਰਹੇ ਹਾਂ, ਮੂਲ ਮੰਤਰ ਦਾ ਜਾਪ ਕਰ ਰਹੇ ਹਾਂ। ਇੱਕ ਬੰਦੇ ਨੂੰ ਇੱਕ ਮਹਾਂਪੁਰਖ ਕਹਿੰਦੇ, ਬਾਬਾ ਹਰਨਾਮ ਸਿੰਘ ਸ਼ਾਇਦ, ਉਹ ਡੰਗਰ ਚਾਰਦਾ ਹੁੰਦਾ ਸੀ ਡੇਰੇ ਦੇ ਕੋਲ ਹੀ। ਕਿਤੇ ਪਾਣੀ ਪੂਣੀ ਪੀਣ ਡੇਰੇ ਦੇ ਵਿੱਚ ਆ ਜਾਣਾ ਉਹਨੇ। ਉਹ ਕਹਿੰਦੇ, ਉਹ ਤੂੰ ਪਾਠ ਕਰਦਾ ਹੁੰਦਾ, ਨਿਤਨੇਮ ਕਰਦਾ ਹੁੰਦਾ? ਕਹਿੰਦਾ ਜੀ ਮੈਂ ਤਾਂ ਅਨਪੜ੍ਹ ਹਾਂ। ਅਨਪੜ੍ਹ ਨਾ ਇਹ ਕਹਿ ਕੇ ਖੜਾ ਛਡਾ ਲੈਂਦੇ ਨੇ, ਜਿਸ ਤਾਂ ਅਨਪੜ੍ਹ ਹਾਂ, ਸਾਨੂੰ ਕਿਹੜਾ ਪੜ੍ਹਨਾ ਆਉਂਦਾ। ਆਮ ਕਰਕੇ ਪਿੰਡਾਂ ਦੇ ਵਿੱਚ ਬਹੁਤ ਸਾਰੀਆਂ ਬੀਬੀਆਂ, ਬਹੁਤ ਸਾਰੇ ਭਾਈ ਇਸ ਕਰਕੇ ਖੜਾ ਛਡਾ ਲੈਂਦੇ ਨੇ। ਹਾਲਾਂਕਿ ਉਹ ਪੰਜ ਪਿਆਰਿਆਂ ਦਾ ਹੁਕਮ ਭੁੱਲ ਜਾਂਦੇ ਨੇ ਕਿ ਬਾਈ ਭਾਈ ਤੂੰ ਸਵਾ ਘੰਟਾ ਘੱਟੋ ਘੱਟ ਸਿਮਰਨ ਕਰਨਾ, ਵੀ ਅਸਲ ਤਾਂ 2.5 ਘੰਟੇ ਕਰ, ਜੇ ਨਹੀਂ ਰਹਿੰਦਾ ਨਾ ਫਿਰ ਘੱਟੋ ਘੱਟ ਸਵਾ ਘੰਟਾ ਤਾਂ ਤੂੰ ਜ਼ਰੂਰ ਤੋਂ ਜ਼ਰੂਰ ਕਰ। ਉਹ ਕਹਿੰਦੇ ਆ ਮਾਲਾ ਚੱਕੀ ਹੈ, ਤੂੰ ਮਾਲਾ ਫੇਰਦਾ? ਕਹਿੰਦਾ ਹਾਂਜੀ। ਕਾਹਦਿਆਂ ਕਰ? ਮੈਂ ਪਹਿਲੀ ਪੌੜੀ ਦਾ ਪਾਠ ਕਰਦਾ।
ਮੂਲ ਮੰਤਰ ਨੂੰ ਪਿੰਡਾਂ ਦੇ ਵਿੱਚ ਪਹਿਲੀ ਪੌੜੀ ਦਾ ਪਾਠ ਕਹਿੰਦੇ ਨੇ। ਕਹਿੰਦੇ ਕਿੰਨੀਆਂ ਕਰਦਾ ਨੇ? ਕਹਿੰਦੇ 11 ਕਰਦਾ ਜੀ ਮੈਂ, 11 ਮਾਲਾਵਾਂ ਮੈਂ ਰੋਜ਼ ਕਰਦਾ। ਸਾਡੇ ਵਰਗਾ ਹੋਣਾ ਜਿਵੇਂ ਅਸੀਂ ਕਹਿੰਦੇ ਜੀ ਅਸੀਂ 5 ਸੁਖਮਨੀ ਸਾਹਿਬ ਦੇ ਪਾਠ ਕਰਦੇ ਹਾਂ ਜੀ, ਅਸੀਂ ਇੰਨੇ ਪਾਠ ਕਰਦੇ ਹਾਂ। ਉਹ ਕਹਿੰਦੇ ਗੱਲ ਸੁਣ, ਤੂੰ ਸੁਣਦਾ ਜਿਹੜਾ ਹੈ ਪਾਠ ਕਰਦਾ ਸੁਣਦਾ? ਕਹਿੰਦਾ ਜੀ ਦੇਖੋ ਮੈਨੂੰ ਤਾਂ ਇਸ ਗੱਲ ਦਾ ਤਾਂ ਗਿਆਨ ਨਹੀਂ ਹੈ ਜੀ ਵੀ ਕਿਵੇਂ ਸੁਣੀਦਾ ਹੁੰਦਾ। ਫਿਰ ਮਹਾਂਪੁਰਖਾਂ ਨੇ ਕਹਿੰਦੇ ਬਿਠਾਇਆ ਉਹਨੂੰ ਕੋਲ, ਬਿਠਾ ਕੇ ਕਹਿੰਦੇ ਫਿਰ ਇਹਨੂੰ ਐਂ ਪੜ੍ਹਨਾ ਬੜੇ ਪਿਆਰ ਨਾਲ, ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਕਹਿੰਦੇ ਐਂ ਪੜ੍ਹਨਾ, ਜੋ ਇੱਕ ਓੰਕਾਰ ਕਿਹਾ ਉਹ ਤੇਰੇ ਕੰਨਾਂ ਨੂੰ ਸੁਣੇ। ਫਿਰ ਸਾਧ ਸੰਗਤ ਜੀ ਆਪਾਂ ਸੁਣਦੇ ਨਹੀਂ ਹੈਗੇ, ਇਸ ਕਰਕੇ ਉਹਦੇ ਵਿਚਾਰ ਕੀ ਕਰਾਂਗੇ? ਜੇ ਆਪਾਂ ਸੁਣਾਂਗੇ ਤਾਂ ਹੀ ਵਿਚਾਰ ਕਰਾਂਗੇ ਨਾ। ਜਿਵੇਂ ਨਾ ਸਾਡੀ ਲਿਖਣ ਦੀ ਸਪੀਡ ਸਾਡੇ ਬੋਲਣ ਨਾਲੋਂ ਘੱਟ ਹੁੰਦੀ ਹੈ। ਕਈ ਵਾਰੀ ਪਹਿਲਾਂ ਨਾ ਜੇ ਮਾਸਟਰ ਜੀ ਡਿਕਟੇਸ਼ਨ ਦਿੰਦੇ ਹੁੰਦੇ ਸੀ, ਕੋਈ ਆ ਸਮਾਜਿਕ ਦੇ ਕੋਈ ਪੰਜਾਬੀ ਦੇ, ਉਹ ਬੋਲਦੇ ਹੁੰਦੇ ਸੀ, ਪਿੱਛੇ ਵਿਦਿਆਰਥੀ ਲਿਖਦੇ ਹੁੰਦੇ ਸੀ। ਕਈ ਵਿਦਿਆਰਥੀ ਕਹਿੰਦੇ ਸੀ ਸਰ ਜੀ ਦੁਬਾਰਾ ਬੋਲਿਓ, ਰਿਪੀਟ ਕਰਿਓ, ਕਿਉਂਕਿ ਬੋਲਣ ਦੀ ਸਪੀਡ ਜ਼ਿਆਦਾ ਹੈ, ਲਿਖਣ ਦੀ ਘੱਟ ਹੈ। ਇਸੇ ਤਰ੍ਹਾਂ ਬੋਲਣ ਦੀ ਸਪੀਡ ਕਈ ਵਾਰੀ ਘੱਟ ਹੈ, ਮਨ ਦੀ ਕੈਚ ਕਰਨ ਦੀ ਸਪੀਡ ਬੋਲਣ ਦੀ ਸਪੀਡ ਜ਼ਿਆਦਾ ਹੈ, ਮਨ ਦੇ ਕੈਚ ਕਰਨ ਦੀ ਸਪੀਡ ਕਈ ਵਾਰੀ ਘੱਟ ਹੁੰਦੀ ਆ। ਜਦੋਂ ਆਪਾਂ ਸਹਿਜ ਨਾਲ ਬੋਲਾਂਗੇ, ਉਹਨੂੰ ਸੁਣਾਂਗੇ, ਪਹਿਲੇ ਦਿਨ ਸਾਨੂੰ ਸਵਾਦ ਨਹੀਂ ਆਏਗਾ, ਪਹਿਲੇ ਦਿਨ ਦਾ ਅਭਿਆਸ ਹੋਏਗਾ। ਕਈ ਤਾਂ ਨਾ ਪਹਿਲੇ ਦਿਨ ਹੀ ਕਹਿੰਦੇ ਨੇ ਜੀ ਮੈਨੂੰ ਇਹ ਮੇਰਾ ਮਨ ਅਕਾਉਂਦਾ। ਉਹ ਫਿਰ ਮਹਾਂਪੁਰਖ ਉਹਨੂੰ ਕਹਿੰਦੇ ਵੀ ਤੂੰ ਪੁੱਛਣਾ ਨਹੀਂ ਹੈਗਾ ਮੈਥੋਂ, ਕੋਈ ਸਵਾਲ ਨਹੀਂ ਕਰਨਾ, ਐਂ ਕਰਿਆ ਕਰ। ਕਹਿੰਦਾ ਜੀ ਐਂ ਤਾਂ ਫਿਰ 3.5 ਘੰਟਿਆਂ 'ਚ ਮਾਲਾ ਹੋਈ ਆ, ਫਿਰ ਤਾਂ 3.5 ਘੰਟੇ ਲੱਗ ਜਾ ਕਰਨਗੇ ਵੀ ਮੈਥੋਂ ਫਿਰ 11 ਤਾਂ ਨਹੀਂ ਹੋਣੀਆਂ। ਕਿ ਤੂੰ 11 ਨੂੰ ਛੱਡ, ਤੂੰ 11 ਨੂੰ ਛੱਡ। ਮਹਾਰਾਜ ਕਹਿੰਦੇ ਲੇਖਾ ਆਸ਼ਕ ਇਹ ਨਾ ਆਖੀਐ ਜੇ ਲੇਖਾ ਵਰਤੈ ਸੋਏ। ਜਿਹੜਾ ਹਿਸਾਬ ਕਿਤਾਬ ਰੱਖਦਾ ਪਰਮਾਤਮਾ ਨਾਲ, ਮੈਂ 40 ਦਿਨ ਦੂਖਨਿਵਾਰ ਸਾਹਿਬ ਜਾਣਾ ਜੀ, ਮੈਂ 5 ਪਾਠ ਸੁਖਮਨੀ ਸਾਹਿਬ ਦੇ ਕਰਨੇ ਨੇ ਜੀ, ਮੈਂ 25 ਪਾਠ ਜਪਜੀ ਸਾਹਿਬ ਦੇ ਕਰਨੇ ਨੇ ਜੀ, ਮੈਂ ਜਿਹੜੀਆਂ 11 ਮਾਲਾਂ ਨੇ ਉਹ ਮੂਲ ਮੰਤਰ ਦੀਆਂ ਕਰਨੀਆਂ ਨੇ ਜੀ। ਐ ਨਹੀਂ ਗੱਲ ਬਣਦੀ। ਉਹ ਤਾਂ ਲੇਖਾ ਨਹੀਂ, ਉਹਦਾ ਅਲੇਖਾ ਕਰਨਾ ਪੈਣਾ। ਪਰਮਾਤਮਾ ਇੱਕ ਕਰਵਾ ਚਾਹੇ 10 ਕਰਵਾ ਚਾਹੇ ਕਰਵਾ 100, ਮੇਰੀ ਔਕਾਤ ਨਹੀਂ ਕਿ ਮੈਂ ਇਹ ਕਰ ਸਕਾਂ। ਇਹ ਤਾਂ ਜਿਸ ਕਾ ਕਾਰਜ ਤਿਨ ਹੀ ਕੀਆ ਮਾਨਸ ਕਿਆ ਵਿਚਾਰਾ ਰਾਮ। ਤੇਰਾ ਕੰਮ ਹੈ ਮਹਾਰਾਜ, ਤੂੰ ਕਰਵਾ, ਕਿਉਂਕਿ ਸਭ ਕਿਛ ਕੀਤਾ ਤੇਰਾ ਹੋਵੇ, ਨਾ ਹੀ ਕਿਛ ਅਸਾੜਾ ਜੀਓ। ਸਾਡਾ ਕੀਤਾ ਤਾਂ ਸਤਿਗੁਰੂ ਕੁਛ ਵੀ ਨਹੀਂ ਹੁੰਦਾ, ਸਾਡਾ ਕੀਤਾ ਨਹੀਂ ਹੁੰਦਾ। ਕਰਤਾ ਸਭ ਕੋ ਤੇਰਾ ਜ਼ੋਰ, ਇੱਕ ਸ਼ਬਦ ਵਿਚਾਰੀਐ ਜਾਂ ਤੂੰ ਤਾਂ ਕਿਆ ਹੋਰ। ਮਹਾਰਾਜ ਕਹਿੰਦੇ ਮੇਰੇ ਹਰ ਜੀਓ ਸਭ ਕੋ ਤੇਰਾ ਵਸ, ਅਸਾਂ ਜ਼ੋਰ ਨਾਹੀਂ ਜੇ ਕਿਛ ਕਰ ਹਮ ਸਾਕੈ, ਜਿਉ ਭਾਵੈ ਤੇ ਮੈਂ ਬਖਸ਼। ਮਹਾਰਾਜ ਜੀ ਇਹ ਤਾਂ ਤੁਸੀਂ ਕਰਵਾਉਣਾ ਮੈਥੋਂ, ਮੇਰੀ ਕੀ ਔਕਾਤ ਹੈ ਮੈਂ ਤੇਰਾ ਸਿਮਰਨ ਕਰਾਂ, ਮੈਂ ਤੇਰੀ ਬੰਦਗੀ ਕਰਾਂ? ਨਹੀਂ ਮੇਰੇ ਪਿਤਾ, ਇਹ ਤੁਸੀਂ ਆਪ ਕਿਰਪਾ ਕਰੋ। ਫਿਰ ਸਾਧ ਸੰਗਤ ਜੀ ਹੌਲੀ ਹੌਲੀ ਅੱਜ ਕੁਛ ਕੱਲ੍ਹ ਕੁਛ, ਜਿਵੇਂ ਨਾ ਆ ਪੇਂਟ ਵਾਲੇ ਇੱਕੋ ਕੋਟ 'ਚ ਨਹੀਂ ਕੰਧ ਲਿਸ਼ਕ ਜਾਂਦੀ, ਉਹ 2 ਕੋਟ ਕਰਦੇ ਨੇ, 3 ਕਰਦੇ ਨੇ। ਕਈ ਥਾਵਾਂ 'ਤੇ ਜਿੱਥੇ ਗੰਦੀ ਮੰਦੀ ਕੰਧ ਹੁੰਦੀ ਹੈ ਨਾ, ਉਹ 4 ਕੋਟ ਵੀ ਕਰ ਦਿੰਦੇ ਨੇ, ਤਾਂ ਉਹ ਕੰਧ 'ਤੇ ਰੰਗ ਚੜ੍ਹਦਾ। ਹੁਣ ਸਾਡਾ ਮਨ ਤਾਂ ਹੈ ਹੀ ਜਨਮਾਂ ਜਨਮਾਂਤਰਾਂ ਦਾ ਕਾਲਾ ਹੋਇਆ ਹੋਇਆ, ਕੋਰਾ ਮਨ ਹੈ। ਫਿਰ ਸਾਡਾ ਇਹਨੂੰ ਰੰਗ ਪਹਿਲੇ ਦਿਨ ਨਹੀਂ ਚੜ੍ਹ ਜਾਣਾ। ਆਪਾਂ ਨੌਕਰੀਆਂ ਕਰੀਆਂ ਨੇ, BA MA ਕੀਤੀ ਆ, ਕੋਈ ਇੱਕ ਦਿਨ 'ਚ ਥੋੜ੍ਹਾ ਹੋ ਗਈ, ਇੱਕ ਦਿਨ 'ਚ ਤਾਂ ਹੋਈ ਨਹੀਂ ਪੜ੍ਹਾਈ ਸਾਰੀ, ਕਿੰਨੇ ਸਾਲ ਲੱਗ ਗਏ। ਫਿਰ ਐਡੀ ਵੱਡੀ ਮਹਾ ਸ਼ਕਤੀ ਨੂੰ ਪ੍ਰਾਪਤ ਕਰਨਾ, ਅਸੀਂ ਕਹਿੰਦੇ 5-7 ਦਿਨਾਂ ਦੀ ਉਹ ਖੇਡ ਬਣ ਜੇ, ਐ ਨਹੀਂ ਹੁੰਦਾ। ਫਿਰ ਉਹ ਕਹਿੰਦੇ ਜਦੋਂ ਉਹਨੇ ਕੀਤਾ ਨਾ ਇਸ ਤਰ੍ਹਾਂ ਪਾਠ ਸੁਣ ਕੇ,
ਤੇ ਉਹਨੂੰ ਥੋੜ੍ਹੇ ਅਰਥ ਵੀ ਸਮਝਾਤੇ। ਅਨਪੜ੍ਹ ਬੰਦਾ ਸੀ, ਭਾਈ ਇੱਕ ਓਂਕਾਰ ਦਾ ਇਹ ਮਤਲਬ ਹੁੰਦਾ, ਸਤਿਨਾਮ ਦਾ ਇਹ ਮਤਲਬ ਹੁੰਦਾ। ਉਹ ਵਿਚਾਰਿਆ ਕਰੇ। ਵਿਚਾਰਦਿਆਂ ਸਾਧ ਸੰਗਤ ਜੀ ਉਹੀ ਗੱਲ ਹੋਈ, ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ, ਆਖੋ ਨੀ ਮਨੂੰ ਧੀ ਦੋ ਰਾਂਝਾ, ਹੀਰ ਨਾ ਆਖੋ ਕੋਈ। ਇਹ ਬਾਬਾ ਬੁੱਲੇ ਸ਼ਾਹ ਦੀ ਕਾਫੀ ਹੈ ਜੀ, ਇਹ ਬੁੱਲੇ ਸ਼ਾਹ ਦੀ ਰਚਨਾ ਇਹ। ਤੇ ਕਹਿੰਦੇ ਉਹ ਤਾਂ ਰੰਗ ਚੜ੍ਹ ਗਿਆ ਫਿਰ ਮੁੰਡੇ ਤੇ, ਮਾਲਾ ਇੱਕੋ ਹੀ ਹੁੰਦੀ ਸੀ। ਇਹ ਗਿਣਤੀਆਂ ਮਿਣਤੀਆਂ ਦੇ ਚੱਕਰ 'ਚ ਨਹੀਂ ਪੈਣਾ, ਆਪਾਂ ਤਾਂ ਉਹਦੇ ਪ੍ਰੇਮ ਦੇ ਵਿੱਚ ਆ ਕੇ ਬੈਠਣਾ। ਹੁਣ ਸਾਡਾ ਕੋਈ ਪ੍ਰਾਹੁਣਾ ਆਉਂਦਾ ਹੋਵੇ, ਜਵਾਈ ਭਾਈ ਆਉਂਦਾ ਹੋਵੇ, ਕਿਸੇ ਕੁੜਮ ਨੇ ਆਉਣਾ ਹੋਵੇ, ਆਪਾਂ ਉਹਨੂੰ ਇਹ ਥੋੜ੍ਹਾ ਕਹਿੰਦੇ ਯਾਰ ਮੈਂ ਤੈਨੂੰ 5 ਮਿੰਟ ਉਡੀਕੂੰਗਾ, ਇਹ ਤਾਂ ਨਹੀਂ ਕਹਿੰਦੇ। ਬੱਸ ਅੱਡੇ 'ਤੇ ਆਪਾਂ ਉਹਨੂੰ ਲੈਣ ਜਾਈਏ, ਕਿਤੇ ਬੱਸ ਲੇਟ ਹੋ ਜੇ ਜਾਂ ਕਿਤੇ ਉਹਦੀ ਬੱਸ ਖੁੰਝ ਜੇ, ਦੂਸਰੀ ਬੱਸ 'ਤੇ ਆਵੇ, ਇਹ ਥੋੜ੍ਹਾ ਵੀ ਅਸੀਂ ਉੱਥੇ 15 ਮਿੰਟ ਉਡੀਕਾਂਗੇ ਅਤੇ ਆਪਦੀ ਫਾਰਮੈਲਿਟੀ ਕਰਕੇ ਭੱਜ ਆਵਾਂਗੇ। ਅਸੀਂ ਉਦੋਂ ਤੱਕ ਉਡੀਕਾਂਗੇ ਜਿੰਨੀ ਦੇਰ ਉਹ ਬੱਸ ਅੱਡੇ 'ਤੇ ਉਤਰ ਕੇ ਸਾਡੇ ਕਾਰ ਜਾਂ ਸਕੂਟਰ 'ਤੇ ਆ ਕੇ ਬੈਠ ਨਹੀਂ ਜਾਂਦਾ, ਫਿਰ ਅਸੀਂ ਚੱਲਦੇ ਹਾਂ। ਐਂ ਹੁੰਦਾ ਨਾ ਸਾਰੇ। ਹੁਣ ਐਡਾ ਵੱਡਾ ਸਾਡਾ ਗੁਰੂ, ਸਾਡਾ ਸਾਰਾ ਕੁਛ, ਅਸੀਂ ਉਹਦੀ ਵੇਟ ਨਹੀਂ ਕਰਦੇ, ਅਸੀਂ ਉਹਨੂੰ ਉਡੀਕਦੇ ਨਹੀਂ ਹੈਗੇ। ਅਸੀਂ ਕਾਹਲੀ 'ਚ ਫਾਹਾ ਵੱਢ ਨਿਤਨੇਮ ਕਰ ਦਿੰਦੇ ਹਾਂ। ਫਾਹਾ ਵੱਢ ਨਹੀਂ, ਗੱਲ ਮੁਕਾਉਣ ਦੀ ਨਹੀਂ ਕਰਨੀ, ਗੱਲ ਸਵਾਦ ਲੈਣ ਦੀ ਕਰਨੀ ਹੈ। ਹੁਣ ਉਹ ਕਹਿੰਦੇ ਮੁੰਡੇ ਨੂੰ ਰੰਗ ਚੜ੍ਹ ਗਿਆ, ਉਹਨੂੰ ਫਿਰ ਉਹ ਬਸ ਬਣ ਗਈ ਗੱਲ। ਅਸੀਂ ਵੀ ਇਸੇ ਤਰ੍ਹਾਂ ਨਿਤਨੇਮ ਕਰਨਾ। ਸਾਧ ਸੰਗਤ ਜੀ ਮੈਂ ਦੇਖਿਆ 50 ਮਿੰਟਾਂ ਤੋਂ ਵੱਧ ਨਹੀਂ ਲੱਗਦੇ ਪੰਜੇ ਬਾਣੀਆਂ ਨੂੰ ਨਾ, ਜੇ ਆਪਾਂ ਸਹਿਜ ਨਾਲ ਕਰੀਏ, ਆਰਾਮ ਨਾਲ ਕਰੀਏ, 50 ਮਿੰਟਾਂ ਤੋਂ ਵੱਧ ਨਹੀਂ ਲੱਗਦੇ। ਜਿਵੇਂ ਆਪਾਂ ਅਭਿਆਸੀ ਹੋ ਰਹੇ ਹਾਂ, ਕੋਈ ਪਹਿਲੀ ਵਾਰ ਕਰੇ ਕੋਈ ਬੰਦਾ, ਉਹ ਤਾਂ ਗੱਲ ਵੱਖਰੀ ਹੈ, ਉਹ ਤਾਂ ਟਾਈਮ ਵੱਧ ਲੱਗ ਸਕਦਾ। ਜਿਵੇਂ ਆਪਣੇ ਮੂੰਹ 'ਤੇ ਚੜ੍ਹ ਰਿਹਾ ਨਾ ਸਾਰਾ ਪਾਠ, ਜੇ ਆਪਾਂ ਵਿਸ਼ਰਾਮ ਦੇ ਕੇ ਵੀ ਪਾਠ ਕਰੀਏ ਨਾ, ਜਿਵੇਂ ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕੋ ਦਾਤ ਜਾਣੈ ਨੀਸ਼ਾਨ, ਗਾਵੈ ਕੋ ਗੁਣ ਵਡਿਆਈਆਂ ਚਾਰ, 50 ਹੱਦ 55 ਲੱਗ ਜਾਣਗੇ। ਘੱਟੋ ਘੱਟ ਮਨ ਨੂੰ ਤਸੱਲੀ ਤਾਂ ਹੋਊਗੀ ਨਾ। ਕਈ ਵਾਰੀ ਯਾਦ ਆ ਰਹਿੰਦਾ ਯਾਰ ਵੀ ਗੱਲ ਸੁਣ ਕੇ ਤੇ ਮੰਨੇ ਕੀ ਪੌੜੀ, ਕੋਈ ਭੁੱਲ ਤਾਂ ਨਹੀਂ ਗਏ, ਕੋਈ ਛੱਡ ਤਾਂ ਨਹੀਂ ਗਏ, ਰਹਿ ਤਾਂ ਨਹੀਂ ਗਈ। ਪਤਾ ਹੀ ਨਹੀਂ ਹੁੰਦਾ ਵੀ ਹੋਗੀ ਕਿ ਨਾ ਹੋਗੀ, ਕਿਉਂਕਿ ਸੁਣੇ ਹੀ ਨਹੀਂ। ਇਹ ਨਹੀਂ ਕਿ ਪਹਿਲੀ ਵਾਰ ਸਾਡਾ ਮਨ 100% ਟਿਕ ਜੂਗਾ, ਨਹੀਂ। ਕੁਛ 5%, 10% ਕੁਛ ਤਾਂ ਟਿਕੂਗਾ ਨਾ। 2-4 ਪੌੜੀਆਂ 'ਚ ਟਿਕ ਗਿਆ, 5-7 ਪੌੜੀਆਂ 'ਚ ਟਿਕ ਗਿਆ, ਸਮਝ ਲਓ ਅਸੀਂ 5-7 ਨੰਬਰ ਲੈ ਗਏ। ਫਿਰ ਜਿੱਦੇ ਕਿਤੇ ਕਿਰਪਾ ਹੋਈ 33 ਪੌੜੀਆਂ 'ਚ ਟਿਕ ਗਿਆ, 33% ਲੈ ਕੇ ਪਾਸ ਹੋ ਗਏ। ਜਿੱਦੇ ਕਿਤੇ ਫਿਰ ਸਾਰੀਆਂ 'ਚ ਟਿਕ ਗਿਆ, ਉਹਦੇ ਤਾਂ ਸਮਝ ਲਓ ਅਸੀਂ ਭਾਈ ਗੋਪਾਲ ਦਾਸ ਵਾਂਗ ਅਸੀਂ ਗੁਰੂ ਮਹਾਰਾਜ ਦੀ ਸੰਪੂਰਨ ਤੌਰ 'ਤੇ ਖੁਸ਼ੀ ਲੈ ਲਾਂਗੇ। ਉਹਦੇ ਤਾਂ ਗੱਲ ਹੀ ਬਣ ਜਾਣੀ ਹੈ ਸਾਡੀ। ਦਾਤਾਰ ਪਿਤਾ ਜੀ ਇਹੀ ਕਹਿ ਰਹੇ ਨੇ, ਕਹਿੰਦੇ ਫਿਰ ਸ਼ਬਦਾ ਹੀ ਤੇ ਪਾਈ ਹੈ, ਗੁਰੂ ਦੇ ਸ਼ਬਦ ਰਾਹੀਂ ਉਹਨੂੰ ਪ੍ਰਾਪਤ ਕੀਤਾ ਜਾਂਦਾ। ਜੋ ਆਪਾਂ ਵਾਹਿਗੁਰੂ ਕਹਿੰਦੇ ਹਾਂ, ਉਹਨੂੰ ਇਹ ਮਹਿਸੂਸ ਕਰਨਾ ਹੈ ਕਿ ਉਹ ਵਾਹਿਗੁਰੂ, ਮੈਂ ਉਹਨੂੰ ਆਵਾਜ਼ ਮਾਰ ਰਿਹਾ ਔਰ ਮੇਰੇ ਕੋਲ ਬੈਠਾ ਹੈ, ਮੈਂ ਉਹਨੂੰ ਕਹਿ ਰਿਹਾ ਮਹਾਰਾਜ ਤੇਰਾ ਧੰਨਵਾਦ। ਵਾਹਿ ਦਾ ਮਤਲਬ ਧੰਨਵਾਦ, ਸ਼ੁਕਰ ਹੈ। ਹੇ ਗੁਰੂ ਜੀ ਤੁਹਾਡਾ ਧੰਨਵਾਦ, ਇਸ ਭਾਗਾ ਸਮਾਂ ਤੁਸੀਂ ਮੈਨੂੰ ਬਖਸ਼ਿਆ, ਇਹ ਆਪਣੀ ਬੰਦਗੀ ਦਾ ਜਿਹੜਾ ਗੱਫਾ ਤੁਸੀਂ ਮੈਨੂੰ ਵਰਤਾ ਰਹੇ ਹੋ। ਅਸੀਂ ਆਪਣੇ ਆਪ ਨਹੀਂ ਬੰਦਗੀ ਕਰਦੇ, ਉਹਦੀ ਕਿਰਪਾ ਨਾਲੇ ਕਰਦੇ ਹਾਂ, ਕਿਉਂਕਿ ਅਸੀਂ ਉਹਨੂੰ ਚੰਗੇ ਲੱਗਦੇ ਹਾਂ। ਉਹਨੂੰ ਇਹ ਲੱਗਦਾ ਹੈ ਜਿਵੇਂ ਨਾ ਕੋਈ ਸਟੂਡੈਂਟ ਮਤਲਬ ਵਧੀਆ ਹੁਸ਼ਿਆਰ ਹੋਵੇ ਪਰ ਥੋੜ੍ਹੀ ਬਹੁਤੀ ਕਮੀ ਹੋਵੇ, ਫਿਰ ਮਾਸਟਰ ਉਹਦੇ ਵੱਲ ਜ਼ਿਆਦਾ ਤਵੱਜੋ ਦਿੰਦਾ, ਜ਼ਿਆਦਾ ਧਿਆਨ ਦਿੰਦਾ, ਫਿਰ ਉਹਨੂੰ ਸਲਾਹ ਵੀ ਦਿੰਦਾ ਯਾਰ ਤੂੰ ਐਂ ਕਰ, ਆਹ ਫਲਾਣੇ ਸਬਜੈਕਟ 'ਚੋਂ ਤੂੰ ਕਮਜ਼ੋਰ ਹੈ, ਤੂੰ ਫਲਾਣੇ ਬੰਦੇ ਕੋਲ ਟਿਊਸ਼ਨ ਚਲਿਆ ਜਾ। ਕਈ ਵਾਰੀ ਮਾਸਟਰ ਦਿਆਲੂ ਹੁੰਦਾ, ਕਹਿੰਦਾ ਕੋਈ ਨਹੀਂ 1 ਮਹੀਨੇ ਦੀ ਤੇਰੀ ਫੀਸ ਮੈਂ ਦੇ ਦੂੰਗਾ, ਤੂੰ ਜਾ ਕੇ ਯਾਰ ਉਹ ਤੋਂ ਫਾਰਮੂਲੇ ਸਮਝ ਲੈ, ਕੋਈ ਆਹ ਗੱਲਾਂ ਸਮਝਾ। ਸਾਡਾ ਗੁਰੂ ਤਾਂ ਬਹੁਤ ਦਿਆਲੂ ਹੈ ਜੀ। ਸਾਡਾ ਗੁਰੂ ਤਾਂ ਦੇਖੋ ਜਿਹੜਾ ਧਰਮ ਦਾ ਕੰਮ ਹੈ ਜੀ, ਉਹ ਕਹਿੰਦੇ ਸਹਿਜ ਤੇ ਹੈ, ਸਹਿਜ ਪੱਕੇ ਸੋ ਮਿੱਠਾ ਹੋਏ। ਗੁਰਬਾਣੀ ਦੀ ਪੰਗਤੀ ਹੈ ਇਹ। ਤੁਖਾਰੀ ਰਾਗ ਦਾ ਜਿਹੜਾ 12ਵਾਂ ਹੈ, ਗੁਰੂ ਨਾਨਕ ਦੇਵ ਮਹਾਰਾਜ 'ਚ ਲਿਖਿਆ ਸਹਿਜ ਪੱਕੇ ਸੋ ਮਿੱਠਾ। ਉਹ ਇਹ ਹੈ ਵੀ ਆਪਾਂ ਸਹਿਜ ਦੇ ਵਿੱਚ ਕਰਨਾ, ਜਿਹੜਾ ਸਾਰਾ ਕੰਮ ਕਰਨਾ, ਕਾਹਲੀ ਨਹੀਂ ਕਰਨੀ ਹੈ। ਹਰ ਨਾਮੇ ਲੱਗਾ ਪਿਆਰ, ਫਿਰ ਸ਼ਬਦ ਦੇ ਰਾਹੀਂ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ, ਨਾਮ ਦੀ ਪ੍ਰਾਪਤੀ ਹੁੰਦੀ ਹੈ। ਫਿਰ ਨਾਮ ਦੇ ਵਿੱਚ ਪਿਆਰ ਲੱਗ ਪੈ ਜਾਂਦਾ, ਬੰਦੇ ਦਾ ਪਿਆਰ ਲੱਗ ਜਾਂਦਾ। ਫਿਰ ਸਾਧ ਸੰਗਤ ਜੀ ਮੈਂ ਆਪਾਂ ਨੂੰ ਪਿਆਰੇ ਬਗੈਰ ਸਰਦਾ ਨਹੀਂ, ਫਿਰ ਨਾਮ ਬਗੈਰ ਬੰਦੇ ਨੂੰ ਸਰਦੇ ਨਹੀਂ। ਉਹ ਜਪੀ ਜਾਂਦਾ, ਜਪੀ ਜਾਂਦਾ, ਜਪੀ ਜਾਂਦਾ। ਕਈ ਮਹਾਂਪੁਰਖਾਂ ਬਾਰੇ ਤਾਂ ਮੈਂ ਇਹ ਵੀ ਪੜ੍ਹਿਆ, ਉਹ ਰੋਟੀ ਨੂੰ ਕਾਹਲੀ ਨਾਲ ਨਹੀਂ ਖਾਂਦੇ, ਭੋਜਨ ਕਰਦੇ ਨੇ ਚੌਂਕੜਾ ਮਾਰ ਕੇ, ਹਾਲਾਂਕਿ ਉਹਨਾਂ ਨੇ 2 ਫੁਲਕੇ ਛਕਣੇ ਹੁੰਦੇ ਨੇ। ਕਹਿੰਦੇ ਪੂਰੇ ਜਪਜੀ ਸਾਹਿਬ ਦਾ ਪਾਠ ਪ੍ਰਸ਼ਾਦਾ ਛਕਦਿਆਂ ਉਹ ਕਰ ਦਿੰਦੇ ਨੇ।
ਸਾਧ ਸੰਗਤ ਜੀ, ਇਹ ਸੰਤ ਬਣਨਾ ਸੌਖੀ ਖੇਡ ਨਹੀਂ ਹੈ। ਸੰਤ ਬਣਨਾ ਐਰੇ ਗੈਰੇ ਨੱਥੂ ਖੈਰੇ ਦਾ ਕੰਮ ਨਹੀਂ ਹੈ। ਕਈ ਤਾਂ ਫਿਰ ਜਿਹੜਾ ਹੈ ਸਿਮਰਨ ਕਰਦੇ ਨੇ, ਕਈ ਕਹਿੰਦੇ ਜਪਜੀ ਸਾਹਿਬ ਦਾ ਪਾਠ ਸੁਰਤ ਨਾਲ ਪ੍ਰਸ਼ਾਦਾ ਛਕਦਿਆਂ ਪੂਰਾ ਪਾਠ ਜਿਹੜਾ ਸੰਪੂਰਨ ਕਰ ਦਿੰਦੇ ਨੇ, ਮੂੰਹ 'ਚ ਹੀ ਅੰਮ੍ਰਿਤ ਬਣ ਜਾਂਦਾ। ਆਪਾਂ ਪ੍ਰਸ਼ਾਦਾ ਛਕੀਏ, ਕਿਤੇ ਵਾਹਿਗੁਰੂ ਵਾਹਿਗੁਰੂ ਕਰੀ ਜਾਈਏ, ਜਦੋਂ ਚਬਾਈਏ ਰੋਟੀ ਚਿੱਥੀਏ, ਉਹ ਮੂੰਹ 'ਚ ਉਹਦਾ ਹੈ ਜਿਹੜਾ ਅੰਮ੍ਰਿਤ ਬਣ ਜਾਣਾ। ਫਿਰ ਜਦੋਂ ਅੰਦਰ ਜਾਏਗੀ ਉਹ ਰੋਟੀ, ਸਾਡੇ ਭੋਜਨ ਜਾਏਗਾ, ਸਾਧ ਸੰਗਤ ਫਿਰ ਬਕਾਰਾਂ ਵਾਸਤੇ ਕਿੱਥੇ ਜਗ੍ਹਾ ਹੋਏਗੀ। ਹੁਣ ਸਾਡੀ ਸਮੱਸਿਆ ਇਹ ਹੈ ਕਿ ਉਧਰ ਤਾਂ ਵਟਸਐਪ 'ਤੇ ਚੈਟ ਕਰ ਰਹੇ ਹੁੰਦੇ ਆ, ਉਧਰੋਂ ਰੋਟੀ ਖਾ ਰਹੇ ਹੁੰਦੇ ਆ। ਜੇ ਕਿਤੇ ਬੈਟਰੀ ਇਹਦੀ ਲੋਅ ਹੋ ਜੇ, ਫਿਰ ਉਧਰ ਟੀਵੀ 'ਤੇ ਵੀ ਚੱਲਿਆ ਹੁੰਦਾ ਜੀ, ਆ ਕੋਈ ਪੁੱਠੀਆਂ ਐਨਕਾਂ, ਔਕੀਆ ਉਲਟਾ ਚਸ਼ਮਾ, ਕੋਈ ਆ ਕਾਰਟੂਨ ਦੇਖ ਰਹੇ, ਉਧਰ ਧਿਆਨ ਹੁੰਦਾ, ਉਹ ਦੇਖ ਰਹੇ ਹੁੰਦੇ ਆ, ਕੋਈ ਸੀਰੀਅਲ 'ਚ ਧਿਆਨ ਹੁੰਦਾ। ਜੇ ਉਹ ਵੀ ਨਹੀਂ, ਫਿਰ ਗੱਲਾਂ ਕਰ ਰਹੇ ਹੁੰਦੇ ਆ ਸੰਸਾਰਕ। ਇਹ ਫਾਰਮੂਲਾ ਹੈ, ਜਿੰਨਾ ਇਕਾਗਰ ਹੋ ਕੇ ਅਸੀਂ ਭੋਜਨ ਕਰਦੇ ਹਾਂ, ਉਨੀ ਇਕਾਗਰਤਾ ਸਾਡੀ ਭਜਨ ਦੇ ਵਿੱਚ ਬਣਦੀ ਹੈ। ਕਿਉਂਕਿ ਤਿੰਨ ਭੱਬਿਆਂ ਦਾ ਆਪਸੀ ਬਹੁਤ ਜ਼ਿਆਦਾ ਸੰਬੰਧ ਹੈ। ਭੱਬਾ ਭੋਗ, ਭੱਬਾ ਭੋਜਨ, ਭੱਬਾ ਭਜਨ। ਇਹ ਅਹਿਮ ਸਥਾਨ ਰੱਖਦੇ ਨੇ ਮਨੁੱਖੀ ਜ਼ਿੰਦਗੀ ਦੇ ਵਿੱਚ। ਫਿਰ ਜਿੰਨਾ ਅਸੀਂ ਪਿਆਰ ਦੇ ਨਾਲ ਭੋਜਨ ਕਰਦੇ ਹਾਂ, ਭਜਨ ਵੀ ਸਾਡਾ ਫਿਰ ਉਨੀ ਪਿਆਰ ਨਾਲੇ ਹੋਏਗਾ। ਭੋਜਨ ਸ਼ੁੱਧ ਹੋਵੇ, ਭੋਜਨ ਦਸਾਂ ਨਾਹਾਂ ਦੀ ਕਿਰਤ ਦਾ ਹੋਵੇ, ਭੋਜਨ ਸੁਚਮਤਾ ਨਾਲ ਬਣਿਆ ਹੋਵੇ, ਭੋਜਨ ਮਰਿਆਦਾ ਮੁਤਾਬਕ ਬਣਿਆ ਹੋਵੇ। ਹੁਣ ਸਮੱਸਿਆ ਇਹ ਵੀ ਹੋ ਗਈ ਜੀ, ਸਾਡੇ ਬਣਾਉਣ ਵਾਲੀਆਂ ਬੀਬੀਆਂ ਧਾਰਮਿਕ ਬਿਰਤੀ ਦੀਆਂ ਬਹੁਤ ਘੱਟ ਰਹਿ ਗਈਆਂ, ਬਹੁਤ ਘੱਟ ਧਾਰਮਿਕ ਬਿਰਤੀ ਦੀਆਂ ਰਹਿ ਗਈਆਂ। ਉਹਨਾਂ ਨੇ ਦੇਖੋ, ਸਭ ਤੋਂ ਪਹਿਲਾਂ ਪੁਰਾਣੇ ਜ਼ਮਾਨੇ 'ਚ ਕੀ ਹੁੰਦਾ ਸੀ, ਕਿਸਾਨ ਨੇ ਖੇਤ ਦੇ ਵਿੱਚ ਜਦੋਂ ਕਣਕ ਬੀਜਣੀ ਜਾਂ ਚੌਲ ਬੀਜਣੇ, ਉਹਨਾਂ ਨੇ ਸਾਰਾ ਦਿਨ ਰੱਬ ਦਾ ਨਾਂ ਲਈ ਜਾਣਾ। ਆ ਚੱਲ ਭਾਈ, ਆ ਸਾਧ ਦੇ ਨਾਂ ਦੀ, ਆ ਚੋਰ ਦੇ ਨਾਂ ਦੀ, ਉਹ ਇੱਕ ਮੁੱਠੀ ਛਿੱਟਾ ਮਾਰਨਾ, ਇਹ ਜੀ ਚਿੜੀਆਂ ਦੇ ਨਾਂ ਦੀ, ਇਹ ਤੋਤਿਆਂ ਦੇ ਨਾਂ ਦੀ, ਇਹ ਪੰਛੀਆਂ ਦੇ ਨਾਂ ਦੀ, ਇਹ ਢੱਠੇ ਦੇ ਨਾਂ ਦੀ, ਇਹ ਝੋਟੇ ਦੇ ਨਾਂ ਦੀ। ਉਹਨੇ ਸਾਰਿਆਂ ਦੀ ਹਿੱਸੇਦਾਰੀ ਪਵਾ ਲੈਣੀ ਵਿੱਚ ਪਰਮਾਤਮਾ ਦੀ, ਹੈ ਨਾ। ਆਹ ਗੁਰਦੁਆਰੇ ਦੇ ਨਾਂ ਦੀ, ਆਹ ਫਲਾਣ ਦੇ ਨਾਂ ਦੀ। ਐਦਾਂ ਮੈਂ ਆਪ ਦੇਖਿਆ ਉਹਨਾਂ ਨੂੰ ਕਰਦਿਆਂ। ਪਰਮਾਤਮਾ ਦਾ ਨਾਮ ਇਹ ਜਪਦੇ ਰਹਿਣਾ ਉਹਨਾਂ ਨੇ, ਕਿੰਨੀ ਦੇਰ ਤੱਕ ਸ਼ੁਕਰਾਨਾ ਉਹਦਾ ਕਰੀ ਜਾਣਾ। ਫਿਰ ਉਹ ਜਿਹੜਾ ਹੈ ਵੱਢਣੀ, ਉਹ ਵੀ ਤਾਂ ਪਰਮਾਤਮਾ ਦਾ ਧਿਆਨ ਧਰ ਕੇ ਅਰਦਾਸ ਕਰਕੇ ਉਹ ਕਣਕ ਵੱਢਣੀ। ਫਿਰ ਕੱਢਦੇ ਹੁੰਦੇ ਸੀ, ਗਾਉਂਦੇ ਹੁੰਦੇ ਸੀ, ਤਾਂ ਵੀ ਉਹਨਾਂ ਨੇ ਰੱਬ ਦੇ ਨਾਂ ਜਪਣਾ। ਫਿਰ ਜਦੋਂ ਘਰੇ ਆ ਜਾਂਦੀ ਸੀ ਬੀਬੀਆਂ ਨੇ ਪੀਣਾ ਛੰਡਣੀਆਂ। ਸਾਧ ਸੰਗਤ ਜੀ, ਸਵੇਰੇ ਸਵੇਰੇ 4 ਵਜੇ ਉੱਠ ਕੇ ਨਾਲੇ ਚੱਕੀ ਪੀਣੀ ਉਹਨਾਂ ਨੇ, ਨਾਲੇ ਆਪਣਾ ਜਿਹੜਾ ਹੈ ਉਹ ਪਰਮਾਤਮਾ ਦਾ ਨਾਮ ਜਪੀ ਜਾਣਾ। ਫਿਰ ਖਾਣ ਵਾਲੇ ਦੀਆਂ ਬਿਰਤੀਆਂ ਦੇ ਵਿੱਚ ਸਬਰ ਕਿੰਨਾ ਸੀ ਸਾਧ ਸੰਗਤ ਜੀ। ਕਿਸੇ ਦੇ 50 ਮਣ ਕਣਕ ਹੋ ਜਾਣੀ, ਪੁੱਛਣਾ ਕਿੰਨੀ ਕਣਕ ਹੋ ਗਈ, ਕਹਿੰਦਾ ਵੀ ਐਤਕੀ ਦਾ ਰੰਗ ਲੱਗ ਗਿਆ, ਗੱਡਾ ਭਰ ਗਿਆ ਪੂਰਾ, 50 ਮਣ ਹੋ ਗਈ। ਇੰਨਾ ਹੁਣ ਇੱਕ ਕਿੱਲੇ ਚੋਂ 60 ਮਣ ਕਣਕ ਹੋ ਜਾਂਦੀ ਹੈ, ਫਿਰ ਵੀ ਸਬਰ ਨਹੀਂ, ਯਾਰ ਨਹੀਂ, ਘੱਟ ਰਹਿ ਗਈ, ਨਹੀਂ 70 ਮਣ ਚਾਹੀਦੀ ਸੀ। ਇੱਕ ਕਿੱਲੇ ਚੋਂ 100 ਮਣ ਜੀਰੀ ਹੋ ਜਾਂਦੀ ਹੈ, ਚੌਲ ਹੋ ਜਾਂਦੇ ਨੇ, ਫਿਰ ਵੀ ਸਬਰ ਨਹੀਂ। ਕਿਉਂਕਿ ਪਹਿਲਾਂ ਤਾਂ ਜਦੋਂ ਬੀਜੀ ਜੱਟ ਦੇ ਮੁੰਡੇ ਨੇ ਉਹ ਗਧਾ ਕੱਟ ਜਾ ਸਿਰ ਮਨਾਇਆ ਹੁੰਦਾ, ਫਿਰ ਉਹਦੇ ਵਿੱਚ ਗਾਂਦੇ ਗਾਣੇ ਵੱਜ ਰਹੇ ਹੁੰਦੇ ਨੇ ਟਰੈਕਟਰ ਦੇ ਉੱਤੇ। ਫਿਰ ਕੰਬਾਈਨ ਵਾਲੇ ਨੇ ਜਦੋਂ ਵੱਢੀ, ਉਦੋਂ ਵੀ ਗੰਦੇ ਗਾਣੇ ਵੱਜ ਰਹੇ ਹੁੰਦੇ ਨੇ। ਸ਼ੈਲਰ ਵਾਲੇ ਨੇ ਕੱਢੀ, ਉਦੋਂ ਵੀ ਗੰਦੇ ਗਾਣੇ ਵੱਜ ਰਹੇ ਹੁੰਦੇ ਨੇ। ਦੁਕਾਨ ਦੇ ਵਿੱਚ ਵੀ ਆਪਾਂ ਜਾਂਦੇ ਹਾਂ ਈਜੀ ਡੇ 'ਤੇ ਜਾਂ ਹੋਰ 'ਤੇ ਚੌਲ ਖਰੀਦ ਕਿਤੇ ਲਿਆਉਂਦੇ ਹਾਂ, ਉੱਥੇ ਵੀ ਗੰਦੇ ਗਾਣੇ ਵੱਜ ਰਹੇ ਹੁੰਦੇ ਨੇ। ਫਿਰ ਰਹਿੰਦੀ ਖੂੰਹਦੀ ਕਸਰ ਸਾਡੀ ਪਕਾਉਣ ਵਾਲੀ ਕੱਢ ਦਿੰਦੀ ਆ ਉਹ ਵੀ। ਫਿਰ ਖਾਣ ਵਾਲੇ ਦੀ ਬਿਰਤੀ ਦਾ ਤਾਂ ਸਾਧ ਸੰਗਤ ਜੀ ਫਰਕ ਪਊਗਾ ਹੀ ਪਊਗਾ। ਆਪਾਂ ਕਹਿੰਦੇ ਜੀ ਬੜਾ ਫਰਕ ਪੈ ਗਿਆ, ਜ਼ਮਾਨਾ ਬੜਾ ਬਦਲ ਗਿਆ। ਜ਼ਮਾਨਾ ਬਸ ਇਹ ਸਾਡਾ ਹੀ ਬਦਲਾਇਆ ਹੋਇਆ ਬਦਲਿਆ, ਉਹ ਨਹੀਂ ਬਦਲਿਆ। ਇਹਨਾਂ ਚੀਜ਼ਾਂ ਦਾ ਬੜਾ ਅਸਰ ਪੈਂਦਾ। ਚਲੋ ਆਪਾਂ ਨੂੰ ਇਹ ਹੈ ਕਿ ਜੀ ਆਪਾਂ ਨੇ ਸਹਿਜ ਦੇ ਨਾਲ ਪਾਠ ਕਰਨਾ, ਸਹਿਜ ਦੇ ਨਾਲ ਹੀ ਆਪਾਂ ਉਹ ਕਰਨਾ। ਬਿਨ ਸ਼ਬਦੈ ਜਗ ਭੂਲਾ ਫਿਰੈ, ਮਰ ਜਨਮੈ ਵਾਰੋ ਵਾਰ। ਸ਼ਬਦ ਤੋਂ ਬਗੈਰ, ਗੁਰੂ ਦੇ ਉਪਦੇਸ਼ ਤੋਂ ਬਗੈਰ ਇਹ ਜੱਗ ਭੁੱਲੇ ਹੀ ਫਿਰਦਾ, ਇਹਨੂੰ ਰਾਹ ਦਾ ਨਹੀਂ ਪਤਾ ਲੱਗਦਾ। ਭੁੱਲੇ ਸਿੱਖ ਗੁਰੂ ਸਮਝਾਏ, ਉੱਜੜ ਜਾਂਦੇ ਮਾਰਗ ਪਾਏ। ਇੱਕ ਥਾਂ ਤੇ ਆਪਾਂ ਇਹ ਵੀ ਪੜ੍ਹਦੇ ਹਾਂ, ਭੂਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਹੁਣ ਗੁਰੂ ਨੇ ਸਾਨੂੰ ਦੱਸਣਾ ਸੀ, ਗੁਰੂ ਨੇ ਉਪਦੇਸ਼ ਦੇਣਾ ਸੀ, ਭਾਈ ਆਹ ਰਾਹ ਤਾਂ ਮਾਇਆ ਵਾਲਾ ਹੈ, ਇਹ ਤਾਂ ਰਾਹ ਜ਼ਹਿਰ ਨੂੰ ਜਾਂਦਾ ਹੈ, ਤੂੰ ਤਾਂ ਜ਼ਹਿਰ ਦੇਣੇ ਖੂਹ 'ਚ ਜਾ ਡਿੱਗੇਗਾ।
ਆਹ ਰਾਹ ਧਰਮ ਦਾ ਹੈ, ਔਖਾ ਜ਼ਰੂਰ, ਧਰਮ ਦਾ ਰਸਤਾ ਸੌਖਾ ਨਹੀਂ ਹੈ। ਬਾਬਾ ਕਬੀਰ ਜੀ ਦਾ ਇਹ ਕਹਿਦਾ, ਇੱਕ ਅਵਕਟ ਘਾਟੀ ਰਾਮ ਕੀ, ਇਹ ਸਿੱਧੀ ਨਹੀਂ ਘਾਟੀ ਐਨ ਬਿਲਕੁਲ ਸਿੱਧੀ ਚੜਾਈ ਆ। ਫਿਰ ਇਹ ਤੇ ਭੀੜ ਵੀ ਕੋਈ ਨਹੀਂ ਹੁੰਦੀ, ਕੋਈ ਵਿਰਲਾ ਟਾਵਾਂ ਤੁਰਦਾ ਇਸ ਘਾਟੀ ਦੇ ਉੱਤੇ, ਭੀੜ ਵੀ ਨਹੀਂ ਕੋਈ, ਜੀ ਨਹੀਂ ਲੱਗਦਾ ਬੰਦੇ ਦਾ। ਫਿਰ ਇਹ ਰਸਤਾ ਬਿੰਗਾ ਟੇਢਾ ਉੱਚਾ ਨੀਵਾਂ, ਇਹ ਮਾਰਗ ਹੈ। ਪਰ ਜਿਹੜਾ ਚੜ ਗਿਆ ਇੱਥੇ ਸਾਧ ਸੰਗਤ ਜੀ, ਫਿਰ ਉਹ ਆਨੰਦਿਤ ਹੋ ਜਾਂਦਾ ਹੈ। ਇੱਕ ਥਾਂ ਤੇ ਮਹਾਰਾਜ ਕਹਿੰਦੇ ਨੇ, ਕਹਿੰਦੇ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੈ ਜਗ ਬਉਰਾਨੰ। ਹੁਣ ਉਹੀ ਗੱਲ ਸਤਿਗੁਰੂ ਕਹਿੰਦੇ ਸ਼ਬਦ ਤੋਂ ਬਗੈਰ ਤਾਂ ਜੱਗ ਭੁੱਲਿਆ ਫਿਰਦਾ, ਕਮਲਾ ਹੋਇਆ ਫਿਰਦਾ। ਫਿਰ ਹੁੰਦਾ ਕਿ ਮਰ ਜਨਮੈ ਵਾਰੋ ਵਾਰ, ਵਾਰੀ ਵਾਰੀ ਜੰਮਦਾ, ਵਾਰੀ ਵਾਰੀ ਮਰਦਾ, ਟੇਡੀਆਂ ਤ੍ਰਿਗਦ ਜੂਨਾਂ 'ਚ ਪੈ ਜਾਂਦਾ, ਕਈ ਵਾਰੀ ਭੂਤ ਪ੍ਰੇਤ ਜਿੰਨਾਂ ਦੀਆਂ ਜੂਨਾਂ 'ਚ ਪੈ ਜਾਂਦਾ, ਪਸ਼ੂ ਪੰਛੀਆਂ ਦਰਖਤਾਂ ਦੀਆਂ ਜੂਨਾਂ 'ਚ ਪੈ ਜਾਂਦਾ, ਵਾਰੀ ਵਾਰੀ ਜੰਮਦਾ, ਵਾਰੀ ਵਾਰੀ ਮਰਦਾ। ਕਈ ਵਾਰੀ ਤਾਂ ਵਿਚਾਰੇ ਨੂੰ ਉਹਨੂੰ ਜਨਮ ਵੀ ਨਹੀਂ ਲੈਣਾ ਪੈਂਦਾ, ਮਾਂ ਦੇ ਪੇਟ 'ਚ ਜੇ ਨਿੰਮੇ ਹੀ ਹੁੰਦਾ, ਜਨਮ ਤੋਂ ਪਹਿਲਾਂ ਹੀ ਇਹਦਾ ਕੰਮ ਜਾ ਹੋ ਜਾਂਦਾ, ਮਰ ਜਾਂਦਾ ਪਹਿਲਾਂ ਹੀ, ਜੰਮਿਆ ਜੇ ਹੈ ਵੀ ਨਹੀਂ, ਮਰ ਪਹਿਲਾਂ ਹੀ ਗਿਆ। ਜੀਵਨ ਦਾ ਥੋੜ੍ਹਾ ਬਹੁਤਾ ਸੁੱਖ ਮਾਣਿਆ ਹੀ ਨਹੀਂ ਹੈ, ਕਹਿੰਦੇ ਵਾਰੀ ਵਾਰੀ ਜੰਮਦਾ। ਹੁਣ ਆਖਰੀ ਪਦੇ 'ਚ ਸਤਿਗੁਰੂ ਕਹਿੰਦੇ ਨੇ ਇਸ ਅਸ਼ਟਪਦੀ ਦੇ, ਸਭ ਸਾ ਲਾਹੈ ਆਪ ਕਹੋ, ਵੱਡੋਂ ਵਡੇਰੀ ਹੋਏ ਵੱਡੋਂ, ਗੁਰਬਿਨ ਆਪ ਨਾ ਚੀਨੀਐ, ਕਹੇ ਸੁਣੇ ਕਿਆ ਹੋਏ, ਨਾਨਕ ਸ਼ਬਦ ਪਛਾਣੀਐ, ਹਉਮੈ ਕਰੈ ਨਾ ਕੋਏ। ਹਰੇਕ ਬੰਦਾ ਆਪਦੇ ਆਪ ਨੂੰ ਸੁਣਾਉਂਦਾ, ਦੇਖੋ ਜੀ ਅਸੀਂ ਤਾਂ ਬੜੇ ਚੰਗੇ ਹਾਂ ਜੀ, ਕਿਸੇ ਦਾ ਮਾੜਾ ਨਹੀਂ ਕਰਦੇ, ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਦੇ ਜੀ। ਕਈ ਵਾਰੀ ਕੋਈ ਦੁਖੀ ਹੁੰਦਾ ਨਾ, ਉਹਨੂੰ ਪੁੱਛੋ ਜੀ ਤੁਸੀਂ ਵੀ ਇਹ ਦੁੱਖ ਦੇਖੋ ਜੀ, ਇਸ ਤਰ੍ਹਾਂ ਆਹ ਜਨਮ 'ਚ ਤਾਂ ਕਦੇ ਮਾੜਾ ਕਰਿਆ ਨਹੀਂ ਹੈ, ਆਹ ਜਨਮ 'ਚ ਤਾਂ ਮਾੜਾ ਕਰਿਆ ਨਹੀਂ। ਸਾਧ ਸੰਗਤ ਜੀ, ਪਾਪ ਕਿਵੇਂ ਆਪਾਂ ਨੂੰ ਚਿੰਬੜਦਾ ਉਹ ਤਾਂ ਆਪਾਂ ਸੋਚ ਵੀ ਨਹੀਂ ਸਕਦੇ, ਪਾਪ ਕਿਵੇਂ ਚਿੰਬੜਦਾ। ਪਾਪ ਜਦੋਂ ਅਸੀਂ ਕਿਸੇ ਬੁਰਾਈ ਦੇ ਵਿੱਚੋਂ, ਬੁਰਾਈ ਕੀਤੀ ਕਿਸੇ ਨੇ, ਉਹਦੇ ਵਿੱਚੋਂ ਅਸੀਂ ਰਸ ਲੈ ਲਿਆ ਨਾ, ਸਮਝ ਲਓ ਉਹ ਪਾਪ ਸਾਡੇ ਖਾਤੇ 'ਚ ਲਿਖਿਆ ਗਿਆ। ਇੱਕ ਉਦਾਹਰਣ ਇਹ ਹੈ, ਇੱਕ ਰਾਜੇ ਨੇ ਕਾਫੀ ਸਾਰੇ ਬ੍ਰਾਹਮਣ ਬਣਾ ਲਏ, ਬ੍ਰਹਮ ਭੋਜ ਤੇ। ਉਹ ਜਿਹੜਾ ਹਲਵਾਈ ਆ, ਬਣਾਉਣ ਵਾਲਾ ਰਸੋਈਆ, ਉਹ ਬਾਹਰ ਭੋਜਨ ਬਣਾ ਰਿਹਾ, ਇਹਨਾਂ ਨੂੰ ਇੱਕ ਇੱਲ ਸੱਪ ਨੂੰ ਚੱਕ ਕੇ ਲੈ ਗਈ। ਸੱਪ ਉਹਨੇ ਘੁੱਟਿਆ ਹੋਇਆ ਪੂਰਾ, ਸੱਪ ਕੋਸ਼ਿਸ਼ ਕਰਦਾ ਉਹ ਤੋਂ ਛਡਾਉਣ ਦੀ। ਸੱਪ ਨੇ ਆਖਰੀ ਚਾਰਾ ਦੇਖਿਆ, ਉਹਨੇ ਨਾ ਜ਼ਹਿਰ ਦਾ ਫੁਕਾਰਾ ਮਾਰਿਆ, ਡੰਗ ਤਾਂ ਮਾਰ ਨਹੀਂ ਸਕਿਆ, ਫੁਕਾਰਾ ਮਾਰਿਆ। ਉਹ ਜਿਹੜੇ ਜ਼ਹਿਰ ਸੀ ਹੇਠਾਂ ਬਣਦੇ ਭੋਜਨ ਦੇ ਵਿੱਚ ਜਾ ਪਈ। ਹੁਣ ਭੋਜਨ ਤਿਆਰ ਹੋ ਗਿਆ, ਜਦੋਂ ਬ੍ਰਾਹਮਣ ਨੂੰ ਖਵਾਇਆ, ਬ੍ਰਾਹਮਣ ਤਾਂ ਉੱਥੇ ਮਰ ਗਏ। ਹੁਣ ਧਰਮ ਜਨਤਾ ਨੂੰ ਇਹ ਬਿਪਤਾ ਛਿੜ ਗਈ ਵੀ ਇਹ ਜਿਹੜਾ ਪਾਪ ਹੈ, ਮੈਂ ਇਹ ਕਿਹਦੇ ਖਾਤੇ 'ਚ ਲਿਖਾਂ, ਇਹ ਮੈਂ ਇੱਲ ਦੇ ਖਾਤੇ 'ਚ ਲਿਖਾਂ, ਇੱਲ ਤਾਂ ਪੰਛੀ ਆ, ਉਹਦਾ ਭੋਜਨ ਉਹ ਖਾਣੇ ਸੀ, ਕੀ ਸੱਪ ਦੇ ਖਾਤੇ 'ਚ ਲਿਖਾਂ ਜਿਹਨੇ ਜ਼ਹਿਰ ਸਿੱਟੀ ਹੈ। ਨਹੀਂ ਯਾਰ, ਉਹਨੇ ਤਾਂ ਆਪਦਾ ਸੈਲਫ ਡਿਫੈਂਸ ਕਰਨਾ, ਆਤਮ ਸੁਰੱਖਿਆ ਵਾਸਤੇ ਉਹਨੇ ਇਹ ਕੰਮ ਕੀਤਾ। ਫਿਰ ਰਸੋਈਏ ਦੇ ਨਾਂ 'ਤੇ ਲਿਖਾਂ, ਰਸੋਈਏ ਨੂੰ ਤਾਂ ਪਤਾ ਹੀ ਨਹੀਂ ਵੀ ਇਹ 'ਚ ਜ਼ਹਿਰ ਪੈ ਗਈ। ਫਿਰ ਰਾਜੇ ਦੇ ਖਾਤੇ 'ਚ ਲਿਖਾਂ, ਔਰ ਰਾਜੇ ਨੂੰ ਵੀ ਨਹੀਂ ਪਤਾ। ਫਿਰ ਇਹ ਬਾਹਮਣ ਨੂੰ ਤਾਂ ਪਤਾ ਹੀ ਨਹੀਂ ਵਿਚਾਰੇ ਨੂੰ, ਉਹਨਾਂ ਨੇ ਕਿਹੜਾ ਕੋਈ ਖੁਦਕਸ਼ੀ ਕੀਤੀ ਆ। ਬੜਾ ਪੰਗਾ ਛਿੜਿਆ। 6-7 ਮਹੀਨੇ ਇਸ ਗੱਲ ਨੂੰ ਲੰਘ ਗਏ। ਹੁਣ ਧਰਮਰਾਜ ਇਸੇ ਗਦੀ ਗੇੜ 'ਚ ਆ ਵੀ ਮੈਂ ਲਿਖਾਂ ਕਿਹਦੇ ਖਾਤੇ 'ਚ ਇਹ ਪਾਪ। ਦੇਖੋ ਜੇ ਆਪਾਂ ਸੋਚੀਏ, ਆਪਾਂ ਵੀ ਫੈਸਲਾ ਨਹੀਂ ਕਰ ਸਕਦੇ ਕਿਹਦੇ ਖਾਤੇ 'ਚ ਲਿਖਿਆ ਜਾਵੇ। ਚਲੋ ਐਨੇ ਨੂੰ ਉਹਨੇ ਜਦੋਂ ਦੁਬਾਰੇ 6-7 ਮਹੀਨਿਆਂ ਬਾਅਦ ਦੁਬਾਰੇ ਫਿਰ ਬਰਮ ਭੋਜ ਕੀਤਾ। ਉਹ ਇੱਕ ਬੀਬੀ ਸੀ, ਉਹਨਾਂ ਦੀ ਕੋਈ ਨੌਕਰਾਣੀ ਕਹਿ ਲਓ ਜਾਂ ਕੋਈ ਉਹ ਰਾਣੀ ਜੋ ਵੀ ਹੈਗੀ ਸੀ। ਉਹ ਰਾਜੇ ਨੂੰ ਕਹਿੰਦੀ ਹੱਸ ਕੇ, ਸਵਾਦ ਲੈ ਕੇ, ਆਪਾਂ ਵੀ ਸਵਾਦ ਲੈਂਦੇ ਨਾ ਕਿਸੇ ਦੇ ਨੁਕਸਾਨ 'ਚੋਂ, ਕਿਸੇ ਦੀ ਬੁਰਾਈ 'ਚੋਂ। ਉਹ ਸਵਾਦ ਲੈ ਕੇ ਕਹਿੰਦੀ, ਰਾਜਨ ਪਹਿਲਾਂ ਵਾਂਗੂ ਨਾ ਕਹਿੰਦੀ ਬਾਹਮਣਾਂ ਨੂੰ ਗੱਡੀ ਚਾੜਦੀ ਕਿਤੇ, ਹੁਣ ਧਿਆਨ ਰੱਖੀ। ਧਰਮਰਾਜ ਕਹਿੰਦਾ ਐਂ ਕਰੋ, ਆਪਦੇ ਦੂਤਾਂ ਨੂੰ ਕਹਿੰਦਾ ਇਹਦੇ ਖਾਤੇ 'ਚ ਲਿਖ ਦਿਓ। ਉਹ ਕਹਿੰਦੇ ਕਿਉਂ ਜੀ, ਇਹ ਜਨਾਂ ਨੂੰ ਤਾਂ ਪਤਾ ਹੀ ਨਹੀਂ ਹੈਗਾ। ਕਹਿੰਦੇ ਸਵਾਦ ਤਾਂ ਇਹ ਲੈ ਰਹੀ ਹੈ ਨਾ ਇਹਨਾਂ ਦੀ ਬੁਰਾਈ ਦਾ, ਇਹਨਾਂ ਦੇ ਪਾਪ ਦਾ। ਹੁਣ ਕਈ ਵਾਰੀ ਕਿਸੇ ਨਾਲ ਕਿਸੇ ਦੀ ਕੋਈ ਧੀ ਮਾੜੀ ਹੋ ਜਾਂਦੀ ਹੈ, ਕਿਸੇ ਦਾ ਪੁੱਤ ਮਾੜਾ ਹੋ ਜਾਂਦਾ ਹੈ, ਆਪਾਂ ਘਰੇ ਬੈਠ ਕੇ ਨਾ ਸਵਾਦ ਲੈ ਕੇ ਗੱਲਾਂ ਕਰ ਰਹੇ ਹੁੰਦੇ ਹਾਂ। ਉਹ ਸਾਰਾ ਪਾਪ ਸਾਡੇ ਖਾਤੇ 'ਚ ਲਿਖਿਆ ਜਾਂਦਾ। ਕਈ ਵਾਰੀ ਪਾਪ ਇੰਨੀ ਬਰੀਕੀ ਨਾਲ ਆਉਂਦਾ, ਜਿਵੇਂ ਆਪਣਾ ਦਰਵਾਜ਼ੇ ਬੰਦ ਹੁੰਦੇ ਨੇ ਨਾ, ਆਪਾਂ 7-8 ਦਿਨਾਂ ਵਾਸਤੇ ਹਜ਼ੂਰ ਸਾਹਿਬ ਚਲੇ ਜਾਈਏ, ਪਟਨਾ ਸਾਹਿਬ ਚਲੇ ਜਾਈਏ, ਦਰਵਾਜ਼ੇ ਐਨ ਲੌਕ ਲਾ ਕੇ ਜਾਂਦੇ ਹਾਂ ਪੂਰੇ ਚੰਗੀ ਤਰ੍ਹਾਂ। ਜਦੋਂ ਆਉਂਦੇ ਹਾਂ ਫਿਰ ਵੀ ਬਰੀਕ ਬਰੀਕ ਇਹਨਾਂ ਨਾਲ ਰੇਤਾ ਸੋਫਿਆਂ 'ਤੇ ਕੁਰਸੀਆਂ ਦੇ ਉੱਤੇ
ਸਾਡੇ ਉਹਨਾਂ ਤੇ ਚੜਿਆ ਹੁੰਦਾ ਨਾ, ਚੜਿਆ ਬਿਲਕੁਲ ਪਾਪ ਤਾਂ ਬਸ ਜਰਾ ਕੇ ਬਿੱਥ ਭਾਲਦਾ, ਜਰਾ ਕੇ ਬਿੱਥ ਭਾਲਦਾ, ਨਾਲ ਦੀ ਨਾਲ ਸਾਡੇ ਖਾਤੇ ਜਾ ਕੇ ਸ਼ਾਮਿਲ ਹੋ ਜਾਂਦਾ। ਹੁਣ ਇੰਨਾ ਕੁ ਆਪਾਂ ਅੱਜ ਇਹ ਮਹਾਰਾਜ ਕਿਰਪਾ ਕਰਨ ਵੀ ਅਸੀਂ ਕਿਸੇ ਦੀ ਬੁਰਾਈ ਚੋਂ ਸਵਾਦ ਨਾ ਲਈਏ, ਕਿਸੇ ਦੇ ਨੁਕਸਾਨ ਦੇ ਵਿੱਚੋਂ ਅਸੀਂ ਆਨੰਦ ਨਾ ਮਾਣੀਏ। ਇਹ ਕਰੀਏ ਕਿਸੇ ਦੀ ਖੁਸ਼ੀ ਦੇ ਵਿੱਚ। ਦੇਖੋ ਜਿਹੜਾ ਹੈ ਸ਼ੇਖ ਸਾਦੀ ਜੀ ਇਹ ਕਹਿੰਦੇ ਨੇ, ਕਹਿੰਦੇ ਸਭ ਤੋਂ ਬਦਬਖਤ ਬੰਦਾ ਉਹ ਹੁੰਦਾ ਹੈ ਜਿਹੜਾ ਜਿਹਦੀ ਖੁਸ਼ੀ ਕਿਸੇ ਦੇ ਹੰਝੂਆਂ ਤੇ ਖੜੀ ਹੈ। ਧਰਮੀ ਬੰਦਾ ਉਹ ਹੁੰਦਾ ਹੈ ਜਿਹੜਾ ਕਿਸੇ ਦੇ ਹੰਝੂਆਂ ਨੂੰ ਦੇਖ ਕੇ ਦੁਖੀ ਹੁੰਦਾ ਹੈ। ਆਪਣੇ ਦੁੱਖ ਨੂੰ ਉਹ ਕੁਝ ਨਹੀਂ ਸਮਝਦਾ, ਦੂਜੇ ਦੇ ਦੁੱਖ ਨਹੀਂ ਝੱਲ ਸਕਦਾ ਉਹ, ਦੂਜੇ ਦੇ ਦੁੱਖ ਨੂੰ ਦੇਖ ਕੇ ਉਹਦੀਆਂ ਅੱਖਾਂ 'ਚੋਂ ਹੰਝੂ ਆ ਜਾਂਦੇ ਨੇ। ਗਰੀਬ ਨਵਾਜ਼ ਸਤਿਗੁਰੂ ਕਹਿੰਦੇ ਸਭ ਸਲਾਹ ਹੈ ਆਪ ਕਹੋ। ਹਰੇਕ ਆਪਣੇ ਆਪ ਨੂੰ ਸਲਾਹੁੰਦਾ, ਆਪਣੇ ਪਰਿਵਾਰ ਨੂੰ ਸਲਾਹੁੰਦਾ। ਅਸੀਂ ਤਾਂ ਜੀ ਬਹੁਤ ਵਧੀਆ ਜੀ, ਸਾਡੀ ਤਾਂ ਬੜੀ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਬੜੀ ਇੱਜ਼ਤ ਹੈ ਜੀ, ਅਸੀਂ ਤਾਂ ਕਰੀਮ ਆ ਜੀ ਪੂਰੀ, ਹਾਂ ਸਾਡੇ ਤੋਂ ਬਗੈਰ ਤਾਂ ਕੋਈ ਕੰਮ ਨਹੀਂ ਹੁੰਦਾ ਜੀ, ਅਸੀਂ ਤਾਂ ਗੁਰਦੁਆਰੇ ਦਾਨ ਕਰਦੇ ਹਾਂ ਜੀ, ਅਸੀਂ ਤਾਂ ਭੰਡਾਰਾ ਵੀ ਲਵਾਉਂਦੇ ਹਾਂ। ਆਪਦੇ ਆਪ ਨੂੰ ਸਲਾਹੁੰਦਾ। ਵੱਡੋਂ ਵਡੇਰੀ ਹੋਏ ਕਿ ਜਿਹੜੀ ਮੇਰੀ ਇੱਜ਼ਤ ਹੈ ਇਹ ਹੋਰ ਵੱਡੀ ਤੋਂ ਵੱਡੀ ਹੋ ਜੇ, ਵੱਡੀ ਤੋਂ ਵੱਡੀ ਹੋ ਜੇ। ਇਹ ਮਹਾਰਾਜ ਕਹਿੰਦੇ ਇਹ ਚੰਗੀ ਗੱਲ ਨਹੀਂ ਹੈ। ਬਿਨ ਗੁਰ ਆਪ ਨਾ ਚੀਨੀ ਹੈ, ਕਹੇ ਸੁਣੇ ਕਿਆ ਹੋਏ। ਗੁਰੂ ਤੋਂ ਬਗੈਰ ਆਪਣੇ ਆਪ ਦੀ ਪਹਿਚਾਣ ਹੀ ਨਹੀਂ ਆਉਂਦੀ ਕਿ ਜੀ ਅਸੀਂ ਚੰਗੇ ਹਾਂ ਜਾਂ ਅਸੀਂ ਕੀ ਹਾਂ। ਇਹ ਤਾਂ ਗੁਰੂ ਨੇ ਸਾਡੇ ਅੱਖਾਂ 'ਚ ਗਿਆਨ ਦਾ ਸੁਰਮਾ ਪਾਉਣਾ, ਉਹ ਤੋਂ ਪਤਾ ਲੱਗਣਾ ਅਸੀਂ ਕੌਣ ਆ, ਅਸੀਂ ਕੌਣ ਆ, ਕਹਿੰਦੇ ਉਦੋਂ ਪਤਾ ਲੱਗਣਾ। ਗੁਰੂ ਤੋਂ ਬਗੈਰ ਆਪਣੇ ਆਪ ਦੀ ਪਹਿਚਾਣ ਹੀ ਨਹੀਂ ਹੁੰਦੀ। ਚੀਨਣਾ ਮੈਨੇ ਪਹਿਚਾਨਣਾ। ਕਹੇ ਸੁਣਿਆ ਕਿਆ ਹੋਏ। ਆਪਣੇ ਆਪ ਨੂੰ ਜਾਂ ਦੂਜਿਆਂ ਨੂੰ ਆਪਣੇ ਆਪ ਨੂੰ ਵਧੀਆ ਕਹਿਣ ਦਾ ਕੀ ਹੁੰਦਾ, ਕੋਈ ਫਾਇਦਾ ਨਹੀਂ ਹੁੰਦਾ। ਮੈਨੂੰ ਪਹਿਚਾਣੇ ਮੈਂ ਰਿਸ਼ਵਤ ਲੈ ਰਿਹਾ, ਮੈਨੂੰ ਪਤਾ ਹੀ ਨਹੀਂ ਕਿ ਮੈਂ ਮਾੜਾ ਕੰਮ ਕਰ ਰਿਹਾ। ਉਹ ਤਾਂ ਗੁਰੂ ਨੇ ਦੱਸਣਾ ਭਾਈ ਤੂੰ ਇਹ ਜ਼ਹਿਰ ਖਾ ਰਿਹਾ। ਸੱਜਣ ਠੱਗ ਨੂੰ ਪਤਾ ਹੀ ਨਹੀਂ ਸੀ ਵੀ ਮੈਂ ਆਹ ਭੈੜੇ ਕੰਮ ਕਰ ਰਿਹਾ। ਉਹ ਗੁਰੂ ਨੇ ਦੱਸਿਆ ਸੱਜਣਾ ਤੂੰ ਤਾਂ ਬਹੁਤ ਵੱਡੇ ਬੱਜਰ ਪਾਪ ਕਰ ਰਿਹਾ। ਚਲੋ ਉਹ ਵੀ ਅੱਗੋਂ ਸੂਰਮਾ ਰਿਹਾ, ਗੁਰੂ ਦਾ ਆਖੇ ਲੱਗ ਗਿਆ, ਗੁਰੂ ਦੀ ਉਪਦੇਸ਼ ਨੂੰ ਕਮਾ ਲਿਆ, ਪਾਪ ਛੱਡਤੇ ਅਗਲੇ ਨੇ। ਉਹ ਵੀ ਕੋਈ ਮਾੜਾ ਧੀੜਾ ਨਹੀਂ ਬੰਦਾ ਸੀ, ਸੂਰਮਾ ਹੀ ਰਿਹਾ ਉਹ ਵੀ। ਗਰੀਬ ਨਵਾਜ਼ ਕਹਿੰਦੇ ਨਾਨਕ ਸ਼ਬਦ ਪਛਾਣੀਐ ਹਉਮੈ ਕਰੈ ਨਾ ਕੋਈ। ਹੇ ਨਾਨਕ ਜੇ ਕੋਈ ਵਡਭਾਗਾ ਜੀਵ ਗੁਰੂ ਦੇ ਉਪਦੇਸ਼ ਰਾਹੀਂ ਆਪਣੇ ਆਪ ਨੂੰ ਪਹਿਚਾਣ ਲਵੇ ਫਿਰ ਕੋਈ ਵੀ ਹਉਮੈ ਨਹੀਂ ਕਰਦਾ। ਆਪਦੇ ਆਪ ਨੂੰ ਕਿ ਜੀ ਮੈਂ ਚੋਰ ਤਾਂ ਨਹੀਂ, ਮੈਂ ਯਾਰ ਤਾਂ ਨਹੀਂ, ਮੈਂ ਰਿਸ਼ਵਤਖੋਰ ਤਾਂ ਨਹੀਂ, ਮੈਂ ਭ੍ਰਿਸ਼ਟਾਚਾਰ ਤਾਂ ਨਹੀਂ, ਮੈਂ ਬਲਾਤਕਾਰੀ ਤਾਂ ਨਹੀਂ, ਮੈਂ ਭੈੜੀ ਨਿਗਾਹ ਝਾਕਣ ਵਾਲਾ ਤਾਂ ਨਹੀਂ, ਮੈਂ ਕਿਸੇ ਦੀ ਖੁਸ਼ੀ ਨੂੰ ਦੇਖ ਕੇ ਦੁਖੀ ਤਾਂ ਨਹੀਂ ਹੁੰਦਾ, ਮੇਰੇ ਅੰਦਰ ਦਵੈਸ਼ ਤਾਂ ਨਹੀਂ ਹੈ। ਇਹ ਕਹਿੰਦੇ ਜੇ ਪਛਾਣ ਲਵੇ ਫਿਰ ਕੋਈ ਹਉਮੈ ਨਹੀਂ ਕਰਦਾ। ਸਾਧ ਸੰਗਤ ਜੀ ਆਪਾਂ ਆਪਣੇ ਤੇ ਜਿਹੜੇ ਆਪਾਂ ਬੈਠੇ ਨਾ, ਆਪਣੇ ਤੇ ਬਾਬਾ ਜੀ ਦੀ ਕਿਰਪਾ, ਗੁਰੂ ਮਹਾਰਾਜ ਦੀ ਅਤੀ ਕਿਰਪਾ। ਆਪਾਂ ਨੂੰ ਥੋੜਾ ਥੋੜਾ ਪਤਾ ਲੱਗਣ ਲੱਗ ਗਿਆ ਕਿ ਯਾਰ ਆਹ ਕੰਮ ਜਿਹੜਾ ਤੂੰ ਉੱਥੇ ਗੱਲ ਕਹੀ ਹੈ ਜਾਂ ਬੋਲ ਕੇ ਆਇਆ ਤੂੰ ਚੰਗੀ ਨਹੀਂ ਕਹਿ ਕੇ ਆਇਆ। ਇਹਦਾ ਮਤਲਬ ਅਸੀਂ ਮਾਰਗ ਤੇ ਚੱਲ ਪਏ, ਕਿਉਂਕਿ ਗੁਰਮੁਖ ਹੁੰਦਾ ਜਿਹੜਾ ਬੰਦਾ ਪਰਮਾਤਮਾ ਦਾ ਪਿਆਰਾ ਹੁੰਦਾ ਉਹ ਦੂਜਿਆਂ ਨੂੰ ਉੱਪਰੋਂ ਦੇਖਦਾ। ਇਸ ਕਰਕੇ ਉਹਨੂੰ ਸਾਰੇ ਉੱਪਰੋਂ ਸਾਰੇ ਚੰਗੇ ਹੁੰਦੇ ਨੇ, ਕਿਉਂਕਿ ਅਸੀਂ ਆਪਣੇ ਚੰਗਿਆਈਆਂ ਦੀ ਹੀ ਨਮਾਇਸ਼ ਲਾਈ ਹੋਈ ਹੈ। ਅਸੀਂ ਆਪਣੇ ਗੁਣਾਂ ਦੀ ਉਹ ਸੇਲ ਲਾਈ ਹੋਈ ਆ, ਉਹੀ ਡੱਬਿਆਂ 'ਚੋਂ ਬਾਹਰ ਕੱਢ ਕੇ ਸਜਾਏ ਹੋਏ ਨੇ ਕਿ ਜੀ ਮੈਂ ਇੰਨਾ ਵਧੀਆ ਜੀ, ਮੈਂ ਇੰਨੇ ਸੋਹਣੇ ਕੱਪੜੇ ਪਾਏ ਨੇ ਜੀ, ਮੈਂ ਬੜਾ ਫਲਾਣਾ, ਮੈਂ ਧਿਮਕਾ। ਆਪਣੇ ਗੁਣਾਂ ਦੀ ਉਹ ਨਮਾਇਸ਼ ਲਾਈ ਹੋਈ ਆ। ਜਿਹੜੇ ਔਗਣ ਨੇ ਉਹ ਤਾਂ ਡੱਬਿਆਂ 'ਚ ਬੰਦ ਕਰਕੇ ਲੁਕੋਏ ਹੋਏ ਨੇ, ਉਹ ਤਾਂ ਪਰਦੇ 'ਚ ਕਰਦੇ ਆਪਾਂ ਔਗਣ। ਤਾਂ ਜੋ ਦੇਖਦੇ ਹਾਂ ਆਲਾ ਦਾਲਾ, ਅੱਗੋਂ ਦੇਖਿਆ ਪਿੱਛੋਂ ਦੇਖਿਆ, ਤੋਇਤੇ ਕਹਾਂ ਛਪਾਵੇ, ਉਹ ਕਰਦੇ ਆਪਾਂ ਲੁਕੋ ਕੇ ਹਨੇਰੇ ਦੇ ਵਿੱਚ ਲਾਈਟਾਂ ਬੰਦ ਕਰਕੇ। ਉਦੋਂ ਪਾਪ ਕਰਦੇ ਆਪਾਂ। ਜੇ ਰਿਸ਼ਵਤ ਵੀ ਲੈਣੀਆਂ ਤਾਂ ਵੀ ਪਿੱਛੇ ਜਾ ਕੇ ਲੈਂਦੇ ਹਾਂ। ਉਹਨਾਂ ਦਾ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ। ਪਰ ਜਿਹੜੇ ਦੇਖੋ ਮਹਾਰਾਜ ਕਹਿੰਦੇ ਆਪ ਵਿਚਾਰ ਹੈ ਸੋ ਗਿਆਨੀ ਹੋਏ। ਜਿਹੜਾ ਆਪਣੇ ਸੈਲਫ ਐਨਾਲਿਸਿਸ ਕਰਦਾ ਨਾ, ਆਪਣੇ ਆਪ ਦੀ ਡੀਪ ਸਟੱਡੀ ਕਰਦਾ, ਅਸਲ ਦੇ ਵਿੱਚ ਉਹੀ ਜਿਹੜਾ ਹੈ ਗਿਆਨੀ ਹੈ। ਹੁਣ ਉਹਦੇ ਬਾਰੇ ਸਤਿਗੁਰੂ ਨੇ ਕੀ ਕਿਹਾ? ਉਹ ਫਿਰ ਗੁਰਮੁਖ ਜਦੋਂ ਦੇਖਦਾ ਫਿਰ ਉਹਨੂੰ ਲੱਗਦਾ ਯਾਰ ਸਾਰਿਆਂ ਤੋਂ ਭੈੜਾ ਮੈਂ ਆ। ਇਹ ਭੈਣ ਵੀ ਸਮਾਧੀ ਲਾਈ ਬੈਠੀ ਹੈ, ਇਹ ਵੀਰ ਵੀ ਦੇਖੋ ਨਾਮ ਜਪ ਰਿਹਾ, ਇਹਦੇ ਬੁੱਲ੍ਹ ਹਿੱਲ ਰਹੇ ਨੇ, ਇਹ ਫਲਾਣਾ ਹਿੱਲ ਰਿਹਾ ਵੀ ਆ ਕੱਲਾ ਤੂੰ ਨਹੀਂ ਜਪ ਰਿਹਾ। ਆਪਦੇ ਆਪ ਨੂੰ ਫਿਰ ਕੀ ਕਹਿੰਦਾ ਉਹ? ਮੰਦਾ ਜਾਣਾ ਹੈ ਆਪ ਕਹੋ
ਅਵਰ ਭਲਾ ਸੰਸਾਰ। ਉਹਨੂੰ ਸਾਰਾ ਸੰਸਾਰ ਵਧੀਆ ਲੱਗਦਾ। ਉਹ ਨਿੰਦਿਆ ਕਿਹਦੀ ਕਰੂਗਾ? ਉਹ ਤਾਂ ਕੇਵਲ ਤੇ ਕੇਵਲ ਜੇ ਔਗਣ ਦੇਖਦਾ, ਡੀਪ ਸਟੱਡੀ ਆਪਣੀ ਕਰਦਾ। ਉਹ ਦੂਜਿਆਂ ਦਾ ਡੀਪ ਸਟੱਡੀ ਕਰਦਾ ਹੀ ਨਹੀਂ। ਉਹ ਉੱਤੋਂ ਸਾਰੇ ਚੰਗੇ ਹੁੰਦੇ ਨੇ। ਜੇਬ ਕਤਰਾ ਵੀ ਹੈ। ਆਹ ਦੇਖਿਆ ਮੈਂ ਸੈਂਸਣਾ ਨੂੰ ਨਾ, ਬੜੇ ਸੋਹਣੇ ਉਹਨਾਂ ਨੇ ਚੇਨਾ ਚੂਨਾ ਪਾਈਆਂ ਹੁੰਦੀਆਂ ਨੇ, ਜੀਨਾ ਜੂਨਾ ਪਾਈਆਂ, ਟੀ ਸ਼ਰਟਾਂ। ਦੇਖਣ ਨੂੰ ਤੁਸੀਂ ਐਂ ਨਹੀਂ ਕਹਿ ਸਕਦੇ ਵੀ ਕੋਈ ਛੋਟੀ ਮੋਟੀ ਉਹ ਹੈ। ਐਂ ਲੱਗੂ ਦੇਖਣ ਨੂੰ ਕੋਈ ਅਫਸਰ ਜਾ ਰਹੀ ਹੈ, ਬੈਠੀ ਹੈ ਮੇਰੇ ਨਾਲ, ਪਰ ਉਹਦੀ ਪਤਾ ਲੱਗਦਾ ਜਦੋਂ ਪਰਸ ਜੇਬ 'ਚ ਨਹੀਂ ਰਹਿੰਦੀ। ਦੇਖਣ ਨੂੰ ਤਾਂ ਉਹ ਵੀ ਕਿੰਨਾ ਸੋਹਣਾ ਉਹਨਾਂ ਦੀ ਪਰਸਨੈਲਿਟੀ ਹੁੰਦੀ ਹੈ। ਆਪਾਂ ਨੇ ਬਸ ਇਹੀ ਕਰਨਾ ਹੈ, ਗੁਰੂ ਮਹਾਰਾਜ ਕਿਰਪਾ ਕਰਨ ਅਸੀਂ ਆਪਣੇ ਆਪ ਨੂੰ ਪਹਿਚਾਣ ਲਈਏ, ਅਸੀਂ ਹਾਂ ਕੌਣ। ਫਿਰ ਸਾਨੂੰ ਪਤਾ ਲੱਗ ਜੇ ਕਿ ਵੀ ਮੈਂ ਤਾਂ ਕੁਛ ਵੀ ਕਰਨ ਜੋਗਾ ਨਹੀਂ ਹਾਂ, ਕਰਨ ਵਾਲਾ ਤਾਂ ਸਾਰਾ ਕੁਛ ਉਹ ਹੈ। ਜਿਵੇਂ ਨਾ ਕਈ ਹਿੰਦੂ ਵੀਰਾਂ ਦੀਆਂ ਦੁਕਾਨਾਂ 'ਤੇ ਲਿਖਿਆ ਹੁੰਦਾ ਆਪਣਾ, ਉਹ ਕਹਿੰਦੇ ਤੇਰੀ ਕਿਰਪਾ ਸੇ ਕਨ੍ਹਈਆ ਮੇਰਾ ਨਾਮ ਹੋ ਰਹਾ ਹੈ, ਕਰਤੇ ਹੋ ਤੁਮ, ਤੁਮਰੀ ਕਿਰਪਾ ਸੇ ਕਨ੍ਹਈਆ ਮੇਰਾ काम हो रहा है, करते हो तुम मेरा नाम हो रहा है। ਨਾ ਉਹ ਆਪਣਾ ਪੈਂਦਾ ਕਿ ਫਲਾਣੇ ਬੰਦੇ ਨੇ ਆਹ ਕੰਮ ਕੀਤਾ ਜੀ, ਆਹ ਕੀਤਾ, ਪਰ ਕਰ ਉਹ ਰਿਹਾ ਹੁੰਦਾ ਅਸਲ ਦੇ ਵਿੱਚ। ਮਹਾਰਾਜ ਜੀ ਕਹਿੰਦੇ ਸ਼੍ਰੀ ਰਾਗ ਮਹਿਲਾ ਪਹਿਲਾ, ਬਿਨ ਪਿਰ ਧਨ ਸ਼ਿੰਗਾਰ ਗੈ, ਜੋਬਨ ਬਾਦ ਖੁਆਰ, ਨਾ ਮਾਣੇ ਸੁਖ ਸੇਜੜੀ, ਬਿਨ ਪਿਰ ਬਾਦ ਸ਼ਿੰਗਾਰ, ਦੁਖ ਘਣੋ ਦੁਹਾਗਣੀ, ਨਾ ਘਰ ਸੇਜ ਪਤਾਰ। ਮਹਾਰਾਜ ਜੀ ਇਸ ਅਸ਼ਟਪਦੀ ਦੇ ਰਾਹੀਂ ਇਹ ਸੰਸਾਰ ਦੀ ਨਾ ਉਹ ਦੇ ਰਹੇ ਨੇ, ਮਤਲਬ ਇੱਕ ਜਿਹੜਾ ਹੈ ਪ੍ਰਤੀਕ ਦੇ ਰਹੇ ਨੇ, ਪ੍ਰਤੀਕ ਬਣਾ ਕੇ। ਜਿਵੇਂ ਕੋਈ ਇਸਤਰੀ ਉਹ ਹੋਵੇ ਛੁੱਟੜ, ਪਤੀ ਉਹਦਾ ਹੋਵੇ ਨਾ, ਉਹ ਆਪਣੇ ਵਧੀਆ ਕੱਪੜੇ ਪਾਵੇ, ਵਧੀਆ ਗਹਿਣੇ ਪਾਵੇ, ਬਿਨ ਪਿਰ ਪਤੀ ਤੋਂ ਬਿਨਾਂ, ਧਨ ਸ਼ਿੰਗਾਰ ਗਿਆ, ਧਨ ਕਹੀਏ ਆਪਾਂ ਜੀਵ ਇਸਤਰੀ ਨੂੰ, ਔਰਤ ਨੂੰ, ਆਪਣੇ ਆਪ ਨੂੰ ਸ਼ਿੰਗਾਰਦੀ ਹੈ, ਸੁਰਮਾ ਪਾਉਂਦੀ ਹੈ, 16 ਸ਼ਿੰਗਾਰ ਕਰਦੀ ਹੈ। ਜੋਬਨ ਬਾਦ ਖੁਆਰ, ਕਹਿੰਦੇ ਉਹਦਾ ਜੀਵਨ, ਬਾਦ ਮਣੇ ਹੁੰਦਾ ਬੇਅਰਥ, ਬੇਅਰਥ ਹੁੰਦਾ ਉਹਦਾ ਜੀਵਨ, ਖੁਆਰ ਹੁੰਦਾ। ਉਹਨੂੰ ਫਿਰ ਨਾ ਕੋਈ ਚੰਗੇ ਨਹੀਂ ਸਮਝਦੇ, ਬੇਵਿਚਾਰ ਨਹੀਂ ਕਹਿੰਦੇ ਨੇ। ਸਿਰ ਤੇ ਪਤੀ ਨਾ ਹੋਵੇ, ਬਹੁਤ ਜ਼ਿਆਦਾ ਟੌਰ ਕੱਢ ਕੇ ਰੱਖਦੀ ਹੋਵੇ ਬੀਬੀ ਕੋਈ, ਬੇਸ਼ੱਕ ਉਹ ਮਾੜੀ ਵੀ ਨਾ ਹੋਵੇ, ਇਹ ਕੋਈ ਗਰੰਟੀ ਨਹੀਂ ਹੁੰਦੀ ਕਿ ਜਿਹਨੇ ਵਧੀਆ ਕੱਪੜੇ ਪਾਏ ਨੇ ਉਹ ਭੈੜਾ ਹੁੰਦਾ ਹੈ। ਫਿਰ ਵੀ ਲੋਕੀ ਨਾ ਉਹਨੂੰ ਚੰਗਾ ਨਹੀਂ ਸਮਝਦੇ, ਇਹਨੂੰ ਦੁੱਖ ਹੀ ਨਹੀਂ ਹੈਗਾ ਆਪਣੇ ਘਰ ਵਾਲੇ ਦਾ, ਐਦਾਂ ਦੀਆਂ ਗੱਲਾਂ ਕਰਦੇ ਨੇ। ਫਿਰ ਨਾ ਮਾਣੇ ਸੁਖ ਸੇਜੜੀ, ਬਿਨ ਪਿਰ ਬਾਦ ਸ਼ਿੰਗਾਰ, ਉਹ ਹੁਣ ਪਤੀ ਆਉਂਦਾ ਨਹੀਂ, ਪਤੀ ਨਾਲ ਉਹਦੀ ਬਣਦੀ ਕੋਈ ਨਹੀਂ, ਉਹ ਸੁੱਖਾਂ ਭਰੀ ਸੇਜ ਨੂੰ ਮਾਣਦੀ ਕੋਈ ਨਹੀਂ ਹੈਗੀ, ਮਾਣ ਨਹੀਂ ਸਕਦੀ, ਕਿਉਂਕਿ ਪਤੀ ਨਾਲ ਮਾਣਨੀ ਸੀ ਸੇਜ। ਤਾਂ ਪਤੀ ਤੋਂ ਬਗੈਰ ਬਿਨ ਪਿਰ ਬਾਦ ਸ਼ਿੰਗਾਰ, ਉਹਦਾ ਸ਼ਿੰਗਾਰ ਬੇਅਰਥ ਚਲਿਆ ਗਿਆ, ਕਿਉਂਕਿ ਕਾਦਰ ਪਾਉਣੀ ਸੀ ਪਤੀ ਨੇ, ਪਤੀ ਨੇ ਕਾਦਰ ਪਾਉਣੀ ਸੀ। ਤੇਰੇ ਇਹ ਕਪਸੂਟ ਵਧੀਆ ਲੱਗਦਾ, ਤੇਰਾ ਇਹ ਜਿਹੜੇ ਬਾਲ ਇੱਦਾਂ ਦੇ ਵਾਹੇ ਤੇਰੇ ਸੋਹਣੇ ਚੰਗੇ ਲੱਗਦੇ ਨੇ, ਤੇਰਾ ਇੱਦਾਂ ਚੰਗਾ ਲੱਗਦਾ, ਕਾਦਰ ਉਹਨੇ ਪਾਉਣੀ ਸੀ, ਕਾਦਰ ਪਾਉਣ ਵਾਲਾ ਹੈ ਹੀ ਨਹੀਂ। ਫਿਰ ਉਹਦਾ ਤਾਂ ਜਿਹੜਾ ਸ਼ਿੰਗਾਰ ਕਰਨਾ ਤਾਂ ਖਾਪਣਾ ਹੀ ਹੋ ਗਿਆ ਇੱਕ ਤਰ੍ਹਾਂ ਦਾ, ਉਹ ਤਾਂ ਖਪਣਾ ਹੋ ਗਿਆ, ਐਵੇਂ ਖਪਾ ਖੂਨ ਹੋਣ ਦਾ ਕੋਈ ਫਾਇਦਾ ਨਾ ਹੋਇਆ ਉਹਨੂੰ। ਤਾਂ ਗਰੀਬ ਨਵਾਜ ਸਤਿਗੁਰੂ ਕਹਿੰਦੇ ਦੁਖ ਘਣੋ ਦੁਹਾਗਣੀ, ਨਾ ਘਰ ਸੇਜ ਪਤਾਰ। ਇਹੋ ਜਿਹੀ ਛੁੱਟੜ ਨੂੰ, ਦੁਹਾਗਣੀ ਛੁੱਟੜ ਨੂੰ ਕਹਿੰਦੇ ਨੇ, ਕਹਿੰਦੇ ਬਹੁਤ ਜ਼ਿਆਦਾ ਦੁੱਖ ਹੁੰਦਾ ਵਿਚਾਰੇ ਨੂੰ, ਵਿਛੋੜੇ ਦਾ ਦੁੱਖ ਹੈ। ਫਿਰ ਉਹਨੂੰ ਸਾਧ ਸੰਗਤ ਜੀ ਆਪਾਂ ਕੰਮ ਕਰੀਏ, ਸਾਰਾ ਦਿਨ ਖੱਪ ਕੇ ਕੰਮ ਕਰੀਏ, ਜਿਹੜਾ ਕੋਈ ਆਪਣਾ ਵੱਡਾ ਹੈ, ਚਾਹੇ ਬਾਪ ਹੈ, ਚਾਹੇ ਸੱਸ ਹੈ ਆਪਣੀ ਕੋਈ, ਹੈ ਨਾ, ਜਾਂ ਕੋਈ ਹੋਰ ਹੈ, ਜੇ ਆਪਾਂ ਨੂੰ ਐਂ ਨਾ ਕਹੇ ਵੀ ਸ਼ਾਬਾਸ਼ ਯਾਰ ਅੱਜ ਤਾਂ ਤੂੰ ਬੜਾ ਕੰਮ ਕਰਿਆ, ਜਣੀ ਨਾ ਥਕੇਵਾ ਨਹੀਂ ਉਤਰਦਾ। ਜੇ ਨਾ ਜਰਾ ਕਹਦੇ ਵਾਹ ਵੀ ਵਾਹ ਯਾਰ ਆ ਤਾਂ ਰਘਵੀਰ ਸਿੰਘ ਕਮਾਲ ਕਰਤੀ, ਆ ਤਾਂ ਬਹੁਤ ਕੰਮ ਕਰਿਆ, ਲਓ ਥਕੇਵਾ ਰਹਿੰਦੇ ਨਹੀਂ। ਘੋੜਾ ਨਾ 100 ਕੋ ਵੀ ਤੁਰ ਪਏ, ਆਪਣੇ ਸਵਾਰ ਨੂੰ ਲੈ ਕੇ ਭੱਜਿਆ ਜਾਵੇ, ਸਵਾਰ ਉਤਰ ਕੇ ਨਾ ਇੱਕ ਵਾਰੀ ਉਹਦੇ ਥਾਪੀ ਮਾਰਦੇ, ਖਰਖਰਾਇਆ ਕਰਦੇ, ਘੋੜਾ ਨਾਲ ਦੀ ਨਾਲ ਤਰੋ ਤਾਜ਼ਾ ਹੋ ਜਾਂਦਾ। ਮੈਂ ਦੇਖਿਆ ਪੁਰਾਣੇ ਜਦੋਂ ਬਲਦਾਂ ਨਾਲ ਖੇਤੀ ਹੁੰਦੀ ਸੀ ਨਾ, ਜਦੋਂ ਹਲ ਛੱਡਣਾ ਸ਼ਾਮ ਨੂੰ, ਤਾਂ ਉਹ ਕਿਸਾਨ ਨੇ, ਜੱਟ ਨੇ ਨਾ ਪੰਜਾਲੀ ਲਾਉਣੀ, ਉਹ ਥਾਪੀ ਦੇਣੀ ਬਲਦਾਂ ਨੂੰ, ਥਾਪੀ ਦੇਣੀ ਉਹਨਾਂ ਨੂੰ, ਉਹਦੇ ਸਿੰਗਾਂ 'ਤੇ ਖੁਰਕ ਕਰਨੀ, ਹੋਰ ਕਰਨਾ। ਅੱਛਾ ਆਪਣੀ ਬੋਲੀ 'ਚ, ਹਾਲਾਂਕਿ ਚਾਹੇ ਪਤਾ ਨਹੀਂ ਪਸ਼ੂ ਸਮਝਦੇ ਵੀ ਹੋਣਗੇ, ਉਹ ਕਹਿੰਦੇ ਵਾਹ ਓਏ ਬੱਗਿਆ ਤਾਂ ਯਾਰ ਨਜ਼ਾਰੇ ਲਿਆ ਤੇ, ਸਵਾ ਕਿੱਲਾ ਬਾਤ ਆ, ਵਾਹ ਓਏ ਚੱਪਿਆ, ਵਾਹ ਓਏ ਨਾਰਿਆ ਤਾਂ ਕਮਾਲ ਕਰਤਾ। ਔਰ ਬਲਦ ਨਾ ਟੱਲੀਆਂ ਖੜਕਦੀਆਂ ਹੁੰਦੀਆਂ ਸੀ, ਚੌਕੜੀਆਂ ਆਉਂਦੇ ਹੁੰਦੇ ਸੀ, ਘਰ ਨੂੰ ਭੱਜੇ। ਬਸ ਕਿਸੇ ਦੀ ਕਦਰ ਪਾਉਣ ਵਾਲਾ ਹੋਵੇ ਨਾ, ਥਕੇਵਾ ਉਤਰ ਜਾਂਦਾ। ਆਪਾਂ ਘਰੇ ਕੰਮ ਕਰਦੇ ਹਾਂ,
अपना जीवन साथी कह लीए, अपने तो बड़ा है कोई, अपनी सस बैठी है घरें, जां कोई अपना बाप है माँ है, जरा कहना कहा भी वाह तो यार तो सारे दिन का खपी जाना भी बड़ा काम किया, चल 2 घड़ी आराम कर लै, वो थकेमा उतर जाता। पर अपने काम उल्ट है, कहते जिन्ना सड़ा था ये कहते चौड़ा हो जू, वो तो कहते उठनी नूहे निसल हो, छड़ दे चरखा चक्की चो, चरखा छड़ हुण तू चक्की ते फड़ लै। क्या कमाल है यार। शाबाशी नहीं देनी, शाबाशी देनी बनती है, ये जरूरी है, वह हौसला वधिया रहिंदा। सिपाहियां नूं अफसर शाबाशी देंदे ने, वाह बई वाह बहुत काम कीता। हुण तां जमाना ही बदल गया, मन लगदा शाबाशी शायद कोई वो घट ही देंदे ने। चलो खैर, हुण उहनूं शाबाशी तां मिली नहीं बेचारे नूं, दुख उहनूं बहुत ज़्यादा होया। घरे उहदे घर दे विच पधार ही नहीं हैगा, सेज फिर किहदे नाल माणे, खाली सेज है, सुन्नी सेज है, ਐਨ सप वांगू डंग मारदे सुन्नी सेज। कई बारी घरे ना हो ना लगता भी कंधां भी जिवें दंद कढ के डैणा वांगू हस रहीआं ने, जी नहीं लगता कईयां दा, संसारक बंदियां दा। धार्मिक बंदा दा चलो सुखमनी साहब दा पाठ चक लिया, जां मतलब कोई सहज पाठ कर लिया, उन्हां दा टाइम तां पास हो जांदा। संसारी बंदा ना मैं देखिआ कई ना गेट मूहरे कुर्सी ढा के बैठे हुंदे ने, बजुर्ग तुरिआ तां जांदा नहीं हुंदा, अंदर जी नहीं लगता, ਉਹ ਲੰਘਦਿਆਂ ਟੱਪਦਿਆਂ ਨੂੰ ਦੇਖੀ ਜਾਂਦੇ ਨੇ, ਟਾਈਮ ਪਾਸ ਹੋ ਜਾਂਦਾ ਉਹਨਾਂ ਦਾ। हाँ जी अंकल जी की हाल है, कहने टाइम पास कर रहे हैं। हाँ पास क्यों करना, इनू सफल कर लो, इनू सफल कर लो। चलो खैर जिमें परमात्मा लावे। अगे रहाव दियां पंक्तियां सतगुरु फरमाउंदे ने, मन रे आराम जपो सुख होए, बिन गुर प्रेम ना पाईए, शब्द मिलै रंग होए। जे आप विचार के पढ़िए, विश्राम दे के पढ़िए, ये अर्थ मतलब सटीक पढ़ने की लोड़ नहीं है। फिर सटीक पढ़ने की लोड़ नहीं, नाल किन्नी सौखी बाणी जदों सतगुरु कृपा करते हैं तां। जे आपां ना जिवें मन रे आराम जपो सुख होए, हे मेरे मना, वो रमे हुए परमेश्वर नूं, अकाल पुरख नूं जप, ਉਹਦਾ ध्यान धर, फिर की होएगा, खखे नूं औंकड़ वाला सुख मिलेगा, श्रोमणी सुख मिलेगा, मिलाप का सुख मिलेगा, तैनूं सदीवी रहन वाला सुख मिलेगा। आह सुख तो जेडे आपां घर पा लिया, ये 8-10 सालों का सुख होंदा, फिर ना आ पेंट जा उतरन लग गया, कितों आ इट्टां चों सोरा जा निकलण लग गया, किते सेम आउण लग गई, कोई आ दरवाजियां दे कब्जे ढिले हो गए, फिर मिस्त्री बुलाओ। इहड़ा नाम का सुख है साध संगत जीओ, इहदियां ना किते चूलां ढिल्लियां पैंदियां ने, ना इहदा रंग फेड हुंदा, इह तां सदीवी सुख है। कहने हे मना तू जप ओनू, फिर तेनू सुख होऊगा, हमेशा हमेशा वाला सुख होऊगा। वो सुख जिहड़ा ना राज दे विच है, ना भाग दे विच है, किसे अहुदे दे विच नहीं, किसे नशे दे विच वो सुख नहीं हैगा जिहड़ा तेनू नाम दे विच वो सुख मिलना है। एक गल याद रखी, बिन गुर प्रेम ना पाईए, गुरु तो बगैर तेनू प्रेम की प्राप्ति नहीं होनी। परमात्मा का प्रेम तेनू गुरु के दर तो मिलूगा, वो भी जे तू मंगेगा। पर कल भी आपां गल कर रहे सी, पर आपां मंगदे नहीं प्रेम तां उतों, आपां तां होर कुछ मंगदे हां, जिहदे बारे सतगुरु सानू कहते हैं छोडो पुराणी कूड़ कवाड़ा, तां कूड़ कवाड़ मंगदे हां उतों। आह काम हो जे साध संगत जी, असीं ना जो परालब्ध लिखा के लैके आए हां, सानू वो मिलना ही मिलना है। ਉਹਦੇ वास्ते असीं यतन करिए चाहे ना करिए, असीं अचंत रहने हां। देखो मैं भी संसारक बंदा, जे मैं कोई संत महात्मा नहीं, मैनू भी फिक्र सी कि आ कुड़ी वास्ते वर वधिया लभ जे, पर मिलना तो वो जो परालब्ध च। हरेक माँ बाप ये चाहता मेरी धी भैन बगाने घर च जाके सौखी वसे। आपां धीआं दे माँ बाप हुंदियां सुनदियां जिहड़ियां अपने घर आउंदियां ने, आपां उन्हां दे वट कढ दिंदे कई बारी। ये नहीं सोच रहे यार ये भी किसी की धी है, ये माँ बाप भी तो यही चाहते होणगे, क्योंकि उसकी परालब्ध च दुख मिलिया होया। असीं ज्ञानी होने के बावजूद भी उन्होंने दुख दे रहे हैं, ज्ञानी होने के बावजूद भी उन्होंने दुख दे रहे हैं। जां ऐ कह लो उसकी बोल बाणी, उसका विहार ऐसा जिहदे विचों वो दुख पैदा हुंदा है, उहनूं बोलण दा कोई ऐसा हो, क्योंकि परालब्ध च लिखिया होया। बाबा जी ने एक दिन कथा च बड़ी सोहनी गल कही सी, वो कहंदे भाई कहंदे ये परालब्ध तां मिले जाणी आ, सानूं इहदा फिक्र करन दी लोड़ नहीं है। जे साडे भागां च बिरध आश्रम च लिखिया होया ना जाना, चाहे साडा बाप डीसी तक ही, चाहे डीसी का बाप भी बन जे, फिर बिरध आश्रम च जाण तो सानूं कोई नहीं रोक सकता।
ਜੇ ਸਾਡੇ ਭਾਗਾਂ 'ਚ ਲਿਖਿਆ ਹੋਇਆ ਘਰੇ ਸਤਿਕਾਰ ਨਾਲ ਬੈਠ ਕੇ ਖਾਣਾ, ਚਾਹੇ ਸਾਡਾ ਜਵਾਕ ਨਾ ਕੋਈ ਛੋਟੀ ਜਿਹੀ ਦੁਕਾਨ ਵੀ ਕਰੇ ਆ ਪੈਨਸਲਾਂ ਕਾਪੀਆਂ ਦੀ, ਫਿਰ ਵੀ ਸਾਨੂੰ ਵਧੀਆ ਰੋਟੀ ਮਿਲਣੀ ਹੈ ਜੇ ਸਾਡੀ ਪਰਾਲੱਬਤ 'ਚ ਲਿਖਿਆ ਹੋਇਆ। ਸਾਨੂੰ ਇੱਕੋ ਗੱਲ ਦਾ ਫਿਕਰ ਕਰਨ ਦੀ ਲੋੜ ਹੈ ਕਿ ਯਾਰ ਅੱਜ ਮੇਰੇ ਕਿੰਨੇ ਘੰਟੇ ਬੇਅਰਥ ਗਏ ਨੇ, ਮੇਰੀ ਬੰਦਗੀ ਤੋਂ ਕਿੰਨੇ ਘੰਟੇ ਸਖਣੇ ਗਏ ਨੇ, ਇਹ ਫਿਕਰ ਕਰਨ ਦੀ ਲੋੜ ਹੈ। ਬਾਕੀ ਇਹ ਸੰਸਾਰਕ ਧਨ ਪਦਾਰਥ ਤਾਂ ਇਹ ਸਾਨੂੰ ਸਾਡੀ ਪਰਾਲੱਬਤ ਮੁਤਾਬਕ ਮਿਲਿਓ ਜਾਣੇ ਨੇ, ਇਹਨਾਂ ਦਾ ਫਿਕਰ ਕਰਨ ਦੀ ਜ਼ਿਆਦਾ ਲੋੜ ਨਹੀਂ। ਗਰੀਬ ਨਵਾਜ਼ ਹੁਣ ਇਹ ਕਹਿੰਦੇ ਨੇ, ਕਹਿੰਦੇ ਇਹ ਗੁਰੂ ਤੋਂ ਬਗੈਰ ਪ੍ਰੇਮ ਦੀ ਪ੍ਰਾਪਤੀ ਨਹੀਂ ਹੁੰਦੀ। ਰੱਬੀ ਪ੍ਰੇਮ ਗੁਰੂ ਦੇਣਾ, ਸ਼ਬਦ ਮਿਲੇ ਗੁਰੂ ਦੇ ਉਪਦੇਸ਼ ਦੇ ਰਾਹੀਂ ਪਰਮਾਤਮਾ ਮਿਲਦਾ ਹੈ, ਗੁਰੂ ਦੇ ਸ਼ਬਦ ਰਾਹੀਂ ਰੰਗ ਹੋਏ ਫਿਰ ਲਾਲੀਆਂ ਚੜ੍ਹ ਜਾਂਦੀਆਂ ਨੇ, ਪਿਆਰ ਪੈ ਜਾਂਦਾ। ਸਾਧ ਸੰਗਤ ਜੀ ਹਮੇਸ਼ਾ ਪਿਆਰ ਦੇ ਵਿੱਚ ਨਿਖਾਰ ਹੁੰਦਾ। ਕਦੇ ਦੇਖ ਲਿਓ ਤੁਸੀਂ ਵਿਛੋੜੇ ਦੇ ਵਿੱਚ ਤਿਰਸਕਾਰ ਹੁੰਦਾ, ਬੰਦਾ ਰੋਲ ਖੁੱਲ ਜਾਂਦਾ। ਵਿਛੋੜੇ ਦੇ ਵਿੱਚ ਆਪਾਂ ਦੇਖਦੇ ਨਾ ਲੈਲਾ ਮਜਨੂ ਫਿਲਮ ਦੇਖੀ ਆ, ਉਹੀ ਮਤਲਬ ਘਟਵੀ ਜੀ ਉਹਦਾ ਬਾਲ ਹੋ ਜਾਂਦੇ ਨੇ, ਘਟਵੀ ਜੀ ਦਾੜੀ, ਉਹੀ ਮਤਲਬ ਬੋਲਿਆਂ ਜਾਂ ਵਾਂਗੂ ਫਿਰਦਾ ਰਹਿੰਦਾ ਬੰਦਾ, ਕਾਮਲਿਆਂ ਵਾਂਗੂ। ਜਦੋਂ ਪਿਆਰ ਹੁੰਦਾ ਫਿਰ ਹੁੰਦਾ ਯਾਰ ਮੇਰਾ ਪਿਆਰਾ ਕਿਤੇ ਇਹ ਨਾ ਕਹਿ ਦੇ ਵੀ ਅੱਜ ਤੇਰੇ ਜੂੰਡੇ ਖਿੰਡੇ ਹੋਏ ਨੇ। ਫਿਰ ਦਿਨ 'ਚ 4-4 ਵਾਰੀ ਕੰਘੀ ਵੀ ਹੁੰਦੀ ਹੈ, ਕਿਤੇ ਮੇਰਾ ਪਿਆਰਾ ਇਹ ਨਾ ਕਰੇ ਤੇਰੀਆਂ ਅੱਡੀਆਂ ਫਟੀਆਂ ਹੋਈਆਂ ਨੇ। ਫਿਰ ਲਾ ਲਾ ਕੇ ਬੇਸਣ ਨਾ ਫਿਰ ਅੱਡੀਆਂ ਵੀ ਕੂਚੀਆਂ ਜਾਂਦੀਆਂ ਨੇ, ਕਿਤੇ ਮੇਰਾ ਪਿਆਰਾ ਇਹ ਨਾ ਕਹਦੇ ਅੱਜ ਤੇਰੀ ਪੈਂਟ ਦੀ ਕਰੀਜ ਨਹੀਂ ਖੜੀ। ਫਿਰ ਨਾ ਚਾਹੇ ਉਹ 1.5 ਮੀਲ ਤੇ ਜਾ ਕੇ ਧੋਬੀ ਤੋਂ ਕਰਵਾ ਕੇ ਲਿਆਉਣੀ ਪਵੇ। ਪਿਆਰ 'ਚ ਹਮੇਸ਼ਾ ਨਿਖਾਰ ਹੁੰਦਾ। ਆਹ ਗੁਰੂ ਦੇ ਪਿਆਰਿਆਂ ਨੂੰ ਦੇਖ ਲਓ, ਕੜੇ ਕਿਰਪਾਨਾਂ ਚਮਕਦੀਆਂ ਹੋਣਗੀਆਂ। ਜਿਹੜੇ ਮੇਰੇ ਵਰਗੇ ਨੇ ਉਹ ਮੈਨੂੰ ਤਾਂ ਪਹਿਲਾਂ ਤਾਂ ਗਾਤਰਾ ਹੀ ਨਹੀਂ ਪਤਾ ਲੱਗਦਾ ਵੀ ਇਹ ਚਾਮੜੇ ਦਾ ਕਿ ਕੱਪੜੇ ਦਾ। ਇੱਕ ਮੈਨੂੰ ਕਹਿੰਦਾ ਜੀ ਧੋਈ ਦਾ ਵੀ ਹੁੰਦਾ, ਕਹਿੰਦੇ ਇਹਨੂੰ ਧੋਣੇ ਵੀ ਹੁੰਦੇ ਨੇ। ਅੱਛਾ ਕੜਾ ਤਾਂ ਐ ਹੁੰਦਾ ਜੰਗਾ ਲੱਗਿਆ ਹੋਇਆ, ਜਿਵੇਂ ਪਤਾ ਨਹੀਂ ਕਿਤੋਂ ਦੱਬਿਆ ਹੋਇਆ ਕੱਢਿਆ। ਕਸ਼ਹਿਰਾ ਐ ਨਹੀਂ ਪਤਾ ਲੱਗਦਾ ਵੀ ਚਿੱਟਾ ਕਿ ਖਾਕੀ ਹੈ। ਐਨ ਜੇ ਨਾ ਕਿਤੇ ਕਿੱਲੇ ਤੇ ਪਾਇਆ ਲਾਹ ਲੂ ਐ ਨਾਗ ਵਾਂਗੂ ਖੜਾ ਹੁੰਦਾ ਆਕੜਿਆ ਉਹਦੇ ਨਾਲ। ਇਹਦਾ ਮਤਲਬ ਪਿਆਰ ਕੋਈ ਨਹੀਂ, ਇੱਕ ਫਾਰਮੈਲਿਟੀ ਹੈ। ਜਿਹਨੂੰ ਪਿਆਰ ਹੈ, ਕੱਲ੍ਹ ਕੁ ਪਰਸੋਂ ਪੌਨ ਨਿਹੰਗ ਸਿੰਘ ਦੀ ਗੱਲ ਕੀਤੀ ਸੀ ਨਾ, ਉਹਨਾਂ ਦੇ ਸ਼ਸਤਰ ਅਸਤਰ ਐਂ ਚਮਕਦੇ ਹੁੰਦੇ ਨੇ, ਕੜੇ ਐਂ ਲਿਸ਼ਕਦੇ ਫੁਸ਼ਕਦੇ ਹੁੰਦੇ ਨੇ, ਮਸ਼ਹਿਰੇ ਐਂ ਥੋੜ੍ਹਾ ਕੋਈ ਮੂੰਹ 'ਚ ਪਈ ਜਾਂਦੀਆਂ ਨੇ, ਮੁੱਛਾਂ ਸੰਵਾਰੇ ਹੁੰਦੇ ਨੇ, ਕਿਉਂਕਿ ਪਤਾ ਹੈ ਇਹ ਮੁੱਛਾਂ ਮੇਰੀਆਂ ਨਹੀਂ, ਇਹ ਗੁਰੂ ਦੀਆਂ ਨੇ, ਇਹ ਗੁਰੂ ਦੀਆਂ ਨੇ। ਸਾਧ ਸੰਗਤ ਤਾਨੇ ਗੁਰੂ ਦਾ। ਇੱਕ ਫਕੀਰ ਜਾ ਰਿਹਾ ਸੁਨਿਆਰੀ ਦੀ ਦੁਕਾਨ 'ਤੇ ਜਾ ਕੇ, ਮੁਸਲਮਾਨਾਂ ਦਾ ਰਾਹ ਸੀ, ਕਹਿੰਦਾ ਅਰੇ ਭਾਈ ਇਹ ਖੁਦਾ ਕੀ ਉਂਗਲ में कहना कोई सांप छल्ला डाल दो। ਸੁਨਿਆਰਾ ਕਹਿੰਦਾ ਇਹ ਕਹਿੰਦਾ ਬੇਵਕੂਫ ਆਪਦੇ ਆਪ ਨੂੰ ਖੁਦਾ ਕਹਿ ਰਿਹਾ। ਉਹਨੇ ਜਾ ਕੇ ਸ਼ਿਕਾਇਤ ਕਰਤੀ, ਸਿਪਾਹੀ ਫੜ ਕੇ ਰਾਜੇ ਦੇ ਲੈ ਗਏ। ਰਾਜਾ ਕਹਿੰਦਾ ਤੂੰ ਕੀ ਬੋਲਿਆ? ਕਹਿੰਦਾ ਮੈਂ ਤਾਂ ਕੁਛ ਨਹੀਂ ਬੋਲਿਆ, ਮੈਂ ਤਾਂ ਸੁਨਿਆਰ ਨੂੰ ਇਹ ਕਿਹਾ ਵੀ ਇਹ ਖੁਦਾ ਕੀ ਜਿਹੜਾ ਉਂਗਲੀ में कोई सांप छल्ला डाल दो। ਕਹਿੰਦਾ ਅੱਛਾ ਤੂੰ ਖੁਦਾ ਆਪਦੇ ਆਪ ਨੂੰ ਕਹਿੰਦਾ ਫੜੋ ਦਾ ਸਿਰ ਕਲਮ ਕਰ ਦੋ। ਫੜ ਲਿਆ ਵਿਚਾਰਾ, ਬੰਨ ਲਿਆ, ਫੜ ਕੇ ਬੰਨ ਕੇ ਸਿਰ ਕਲਮ ਕਰਨ ਲੱਗੇ। ਕਹਿੰਦੇ ਕੋਈ ਆਖਰੀ ਇੱਛਾ ਹੈ? ਕਹਿੰਦਾ ਹਾਂ ਹੈਗੀ। ਕਹਿੰਦੇ ਕਾਹਦੀ ਇੱਛਾ ਹੈ? ਕਹਿੰਦਾ ਬਸ ਮੈਂ ਤੇਥੋਂ ਸਵਾਲ ਪੁੱਛਣੇ ਨੇ, 2-3 ਸਵਾਲ ਪੁੱਛਣੇ ਨੇ, ਹੋਰ ਮੇਰੀ ਕੋਈ ਇੱਛਾ ਨਹੀਂ। ਮੈਂ ਇਹ ਨਹੀਂ ਤੈਨੂੰ ਕਹੂੰਗਾ ਤੂੰ ਮੈਨੂੰ ਛੱਡ ਦੇ। ਕਹਿੰਦੇ ਕੀ? ਕਹਿੰਦਾ ਦੱਸ ਵੀ ਇਹ ਕੁਦਰਤ, ਇਹ ਪ੍ਰਕਿਰਤੀ, ਇਹ ਕਾਇਨਾਤ ਕਿਹਨੇ ਬਣਾਈ ਹੈ? ਉਹ ਕਹਿੰਦਾ ਅੱਲਾ ਨੇ, ਖੁਦਾ ਨੇ। ਅੱਛਾ ਇਹ ਮੇਰਾ ਸਰੀਰ ਕਿਹਨੇ ਬਣਾਇਆ? ਕਹਿੰਦਾ ਖੁਦਾ ਨੇ। ਕਹਿੰਦਾ ਫਿਰ ਇਹ ਚੀਚੀ ਕਿਹਦੀ ਹੋਈ? ਕਹਿੰਦਾ ਜੇ ਖੁਦਾ ਨੇ ਬਣਾਈ ਹੈ ਫਿਰ ਚੀਚੀ ਖੁਦਾ ਦੀ ਹੋਊਗੀ ਨਾ, ਮੈਂ ਤਾਂ ਬਣਾਈ ਨਹੀਂ ਇਹ, ਨਾ ਮੈਂ ਬਾਜ਼ਾਰੋਂ ਲਿਆਂਦੀ ਹੈ, ਮੇਰੀ ਤਾਂ ਹੈ ਨਹੀਂ ਇਹ। ਮੇਰੀ ਅਵਸਥਾ ਤਾਂ ਇਹ ਹੈ ਕਿ ਮੈਨੂੰ ਤਾਂ ਹੁਣ ਸਾਰਾ ਕੁਛ ਖੁਦਾ ਦਾ ਲੱਗਦਾ। ਮੇਰਾ ਤਾਂ ਇੱਕ ਬਾਲ ਵੀ ਉੱਗਿਆ ਹੋਇਆ ਉਹ ਵੀ ਖੁਦਾ ਦਾ ਲੱਗਦਾ। ਫਿਰ ਰਾਜਾ ਸਿਆਣਾ ਸੀ, ਉਹ ਕਹਿੰਦਾ ਹੋ ਮੈਂ ਤਾਂ ਐਡਾ ਵੱਡਾ ਅਨਰਥ ਲੱਗਿਆ ਸੀ ਕਰਨ, ਇਹ ਤਾਂ ਬਹੁਤ ਉੱਚੀ ਆਤਮਿਕ ਅਵਸਥਾ ਦਾ ਫਕੀਰ ਹੈ, ਛੱਡੋ। ਮਾਫੀਆਂ ਮੰਗੀਆਂ ਉਹਦੀਆਂ। ਸੁਨਿਆਰ ਨੂੰ ਕਿਹਾ ਵੀ ਇਹਦੀ ਪਾ ਦੇ, ਜਿਹੜਾ ਹੈ ਸ਼ਾਂਪ ਛੱਲਾ ਪਾ ਇਹਦੀ ਖੁਦ। ਦੇਖਣ ਨੂੰ ਸਾਨੂੰ ਵੀ ਕੋਈ ਲੱਗਦਾ ਜੇ ਅਸੀਂ ਕਹੀਏ ਆਪਣਾ ਜਾ ਕੇ ਬਈ ਭਾਈ ਆਹ ਗੁਰੂ ਦੀ ਉਂਗਲ 'ਚ ਪਾ ਦੇ ਕੁਛ, ਇਹ ਹੋ ਸਕਦਾ ਗੇਟ ਮੈਨੂੰ ਵੀ ਨਾ ਟੱਪਣ ਦੇਵੇ ਕੋਈ, ਵੀ ਆਪਦੇ ਆਪ ਨੂੰ ਗੁਰੂ ਕੋਈ ਸਮਝੀ ਜਾਂਦਾ। ਤੜਕੇ ਨੂੰ ਅਖਬਾਰਾਂ 'ਚ ਮੋਟੀਆਂ ਸੁਰਖੀਆਂ ਆਉਣਗੀਆਂ। ਜਦੋਂ ਸਾਰਾ ਕੁਛ ਦਿੱਤਾ ਗੁਰੂ ਦਾ ਖਾ ਰਹੇ ਆਪਾਂ, ਗੁਰੂ ਦੀਆਂ ਸਾਰਾ ਕੁਛ ਹੈ, ਫਿਰ ਤਾਂ ਹੁਣ ਉਂਗਲਾਂ ਵੀ ਗੁਰੂ ਦੀਆਂ। ਜੇ ਆਪਾਂ ਸਿਰੇ ਗੁਰੂ ਨੂੰ ਦੇਤਾ, ਮਾਥੇ ਗੁਰੂ ਨੂੰ ਦੇਤੀ, ਫਿਰ ਤਾਂ ਸਿਰ ਵੀ ਗੁਰੂ ਦਾ, ਤਨ ਵੀ ਗੁਰੂ ਦਾ, ਮਨ ਵੀ ਗੁਰੂ ਦਾ, ਧਨ ਵੀ ਗੁਰੂ ਦਾ। ਤਾਂ ਉਹ ਨਾ ਕਿਤੇ ਮਾੜਾ ਘਰੇ ਕਹਿ ਕੇ ਦੇਖ ਲਓ ਵੀ ਅੱਜ ਗੁਰੂ ਨੂੰ ਰੋਟੀ ਖਵਾ ਦੇ, ਫਿਰ ਦੇਖੋ ਕਿਹੋ ਜਿਹੇ ਪਰੌਂਠੇ ਪੱਕ ਕੇ ਆਉਣਗੇ ਅੱਗੇ ਥਾਲੀ 'ਚ।
ਕਦੇ ਨਾ ਤਜਰਬਾ ਕਰਕੇ ਦੇਖ ਲਈਦਾ ਹੁੰਦਾ ਥੋੜ੍ਹਾ ਜਿਹਾ। ਮਹਾਰਾਜ ਜੀ ਕਹਿੰਦੇ ਭਾਈ, ਕਹਿੰਦੇ ਫਿਰ ਗੂੜਾ ਰੰਗ ਹੁੰਦਾ, ਫਿਰ ਬਹੁਤ ਪਿਆਰ ਗੂੜਾ ਪੈਂਦਾ। ਅੱਗੇ ਰਹਾਉ ਤੋਂ ਬਾਅਦ ਸਤਿਗੁਰੂ ਕਹਿੰਦੇ ਨੇ, ਫਰਮਾਉਂਦੇ ਨੇ, ਗੁਰ ਸੇਵਾ ਤੇ ਸੁਖ ਪਾਈਐ, ਹਰ ਵਰ ਸਹਿਜ ਸ਼ਿੰਗਾਰ, ਸੱਚ ਮਾਣੇ ਫਿਰ ਸੇਜੜੀ, ਗੂੜਾ ਹੇਤ ਪਿਆਰ, ਗੁਰਮੁਖ ਜਾਣ ਸਿਆਣੀਐ, ਗੁਰ ਮੇਲੀ ਗੁਣ ਚਾਰ। ਗੁਰੂ ਦੀ ਸੇਵਾ ਤੋਂ ਹਮੇਸ਼ਾ ਸੁਖ ਪੈਦਾ ਹੁੰਦਾ। ਸਾਡੇ ਸਾਹਮਣੇ ਉਦਾਹਰਣ ਹੈ ਭਾਈ ਲਹਿਣਾ ਜੀ ਦੀ, ਬਾਬਾ ਅਮਰਦਾਸ ਜੀ ਦੀ, ਭਾਈ ਜੇਠਾ ਜੀ ਦੀ। 3 ਉਦਾਹਰਨਾਂ ਤਾਂ ਸਾਡੇ ਬਿਲਕੁਲ ਸਾਹਮਣੇ ਨੇ। ਬਾਕੀ ਹੋਰ ਗੁਰਸਿੱਖਾਂ ਦੀਆਂ ਉਦਾਹਰਨਾਂ ਵੀ ਬਹੁਤ ਨੇ। ਦੇਖੋ ਭਾਈ ਬਹਿਲੋ ਵਰਗੇ ਨੇ ਸੇਵਾ ਕੀਤੀ ਸਤਿਗੁਰੂ ਦੀ, ਕੀ ਮਿਲਿਆ ਖਿਤਾਬ? ਭਾਈ ਬਹਿਲੋ ਸਭ ਤੋਂ ਪਹਿਲੋ। ਭਾਈ ਸਾਲੋ ਵਰਗੇ ਨੇ ਸੇਵਾ ਕੀਤੀ ਗੁਰੂ ਦੀ, ਗੁਰੂ ਰਾਮਦਾਸ ਮਹਾਰਾਜ ਦੀ, ਵਰ ਦਿੱਤਾ ਭਾਈ ਸਾਲੋ ਰਹਿੰਦੀ ਦੁਨੀਆ ਤੱਕ ਜਿਹੜਾ ਤੇਰੇ ਦਰ ਤੇ ਪਾਥੀਆਂ ਚੜਾ ਜੂਗਾ ਉਹਨੂੰ ਇੱਥੋਂ ਪੁੱਤੇ ਮਿਲਣਗੇ। ਕਿੱਡਾ ਵੱਡਾ ਦੇਖੋ ਅਮਰ ਕਰਤਾ। ਇਹ ਗੁਰੂ ਦੀ ਸੇਵਾ ਹੈ ਤਾਂ ਗਾ ਖੜੀ, ਸਿਰ ਦੀਜੈ ਆਪ ਗਵਾਏ, ਆਪਣੀ ਮੱਤ ਛੱਡ ਕੇ ਕਰਨੀ ਪੈਂਦੀ ਆ। ਗੁਰੂ ਦੀ ਸੇਵਾ ਸੌਖੀ ਨਹੀਂ ਹੈ, ਪਰ ਜਿਹੜਾ ਕਰ ਗਿਆ ਆਪਣੀ ਹਉਮੈ ਨੂੰ, ਆਪਣੀ ਮਮਤਾ ਨੂੰ, ਆਪਣੀ ਹੰਗਤਾ ਨੂੰ ਮਾਰ ਕੇ ਗੁਰੂ ਦੀ ਸੇਵਾ ਜਿਹੜਾ ਕਰ ਗਿਆ ਨਾ ਸਾਧ ਸੰਗਤ ਜੀ, ਉਹਦਾ ਗੁਰੂ ਦਾ ਰੂਪ ਹੀ ਹੋ ਗਿਆ। ਬਾਬਾ ਬੁੱਢਾ ਜੀ ਬਾਰੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਹੁੰਦੇ ਸੀ, ਮੇਰੇ ਦਰਸ਼ਨ ਕਰਨੇ ਨੇ ਬਾਬਾ ਬੁੱਢਾ ਜੀ ਚੋਂ ਕਰ ਲਓ। ਬਾਬਾ ਬੁੱਢਾ ਜੀ ਮੇਰਾ ਨਿਜ ਰੂਪ ਨੇ। ਗੁਰੂ ਕਲਗੀਧਰ ਭਾਈ ਦਇਆ ਸਿੰਘ ਨੂੰ ਕਹਿੰਦੇ ਹੁੰਦੇ ਸੀ, ਕਹਿੰਦੇ ਬਸ ਮੈਥੋਂ ਪੁੱਛਣ ਦੀ ਲੋੜ ਨਹੀਂ, ਭਾਈ ਦਇਆ ਸਿੰਘ ਨੂੰ ਪੁੱਛ ਲਓ, ਉਹਨਾਂ ਦੀ ਰਸਨਾ ਤੇ ਮੈਂ ਹੀ ਬੈਠਾ। ਭਾਈ ਕੱਟੂ ਨੇ ਸੇਵਾ ਕੀਤੀ 6ਵੇਂ ਪਾਤਸ਼ਾਹ ਦੀ, ਉਹ ਸ਼ਹਿਦ ਮੰਗਿਆ ਭਾਈ ਕੱਟੂ ਨੇ, ਉਹ ਦੇਣ ਵਾਲੇ ਨੇ ਨਾ ਦਿੱਤਾ। ਜਦੋਂ ਗੁਰੂ ਮਹਾਰਾਜ ਦੇ ਪੇਸ਼ ਕੀਤਾ, ਲੰਬੇ ਲੰਬੇ ਸੁੰਡ ਉਹਦੇ ਵਿੱਚ ਕਿਰਮ ਕੁਰਬਲ ਕਰਦੇ ਫਿਰਦੇ ਨੇ। ਕਹਿੰਦੇ ਮਹਾਰਾਜ ਤਾਜ਼ਾ ਚੋਇਆ ਹੋਇਆ ਹੈ। ਕਹਿੰਦੇ ਜਦੋਂ ਭਾਈ ਕੱਟੂ ਦੀ ਰਸਨਾ ਤੇ ਬੈਠ ਕੇ ਮੰਗਿਆ ਸੀ ਉਹ ਤਾਂ ਦਿੱਤਾ ਨਾ। ਸਤਿਗੁਰੂ ਫੇਰ ਰੋ ਰਹੇ ਨੇ, ਉਹ ਕੀ ਕਰੀਏ? ਭਾਈ ਕੱਟੂ ਨੂੰ ਜਾਓ, ਜਾ ਕੇ ਭੋਗ ਲਵਾਓ। ਜਿੰਨੀ ਦੇਰ ਭਾਈ ਕੱਟੂ ਨਹੀਂ ਨੂੰ ਛਕੂਗਾ ਉਨੀ ਦੇਰ ਪਵਿੱਤਰ ਨਹੀਂ ਹੋਊਗਾ। ਇਹ ਸੇਵਾ ਕਰਕੇ ਪ੍ਰਸੰਨ ਕਰ ਲਿਆ ਸਾਧ ਸੰਗਤ ਜੀ। ਗੁਰ ਸੇਵਾ ਤੇ ਸੁਖ ਉਪਜੈ। ਗੁਰੂ ਦੀ ਸੇਵਾ ਤੇ ਤਾਂ ਨਾ ਫਿਰ ਪੂਰਾ ਜਿਹੜਾ ਸਦੀਵੀ ਸੁੱਖ ਹੈ, ਪਰਮਾਤਮਾ ਦੇ ਮਿਲਾਪ ਦਾ ਸੁੱਖ ਹੈ, ਉਹ ਪ੍ਰਾਪਤ ਹੁੰਦਾ ਹੈ। ਹਰ ਵਰ ਸਹਿਜ ਸ਼ਿੰਗਾਰ, ਅਤੇ ਫਿਰ ਜਿਹੜਾ ਹਰੀ ਪਤੀ ਹੈ ਨਾ, ਉਹ ਸਹਿਜੇ ਹੀ ਫਿਰ ਸ਼ਿੰਗਾਰ ਬਖਸ਼ਦਾ, ਕਿਉਂਕਿ ਗਹਿਣੇ ਹਮੇਸ਼ਾ ਪਤੀ ਪਾਉਂਦਾ। ਸਹੁਰੇ ਟੂਮਾ ਢੋਂਦੇ ਹੁੰਦੇ ਨੇ, ਲਿਆਉਂਦੇ ਹੁੰਦੇ ਨੇ, ਵਰੀਆਂ ਵੀ ਤੇ ਗਹਿਣੇ ਵੀ ਲਿਆਉਂਦੇ ਨੇ। ਇਹ ਪਤੀ ਵੱਲੋਂ ਗਹਿਣੇ ਆਉਂਦੇ ਨੇ, ਫਿਰ ਉਹ ਦਿੰਦਾ ਸ਼ਿੰਗਾਰ ਪਾਉਂਦਾ। ਸੱਚ ਮਾਣੇ ਫਿਰ ਸੇਜੜੀ, ਗੂੜਾ ਹੇਤ ਪਿਆਰ। ਫਿਰ ਇਹੋ ਜੀ ਜੀਵ ਇਸਤਰੀ, ਵਡਭਾਗੀ ਜੀਵ ਇਸਤਰੀ ਪਤੀ ਦੀ ਸੱਚੀ ਸੇਜ ਮਾਣਦੀ ਹੈ, ਸਦੀਵੀ ਸੇਜ ਮਾਣਦੀ ਹੈ, ਕਿਉਂਕਿ ਸੱਚ ਦੇ ਵਿੱਚ ਟਿਕੀ ਹੁੰਦੀ ਹੈ। ਸਾਧ ਸੰਗਤ ਜੀਓ, ਜਿਹੜੀ ਭੈਣ ਬੀਬੀ ਸਚਾਈ ਤੇ ਖੜੀ ਹੈ ਨਾ, ਬੇਸ਼ੱਕ ਉਹ ਪਹਿਲਾਂ ਤਾਂ ਜ਼ਰੂਰ ਓਪਰੀ ਲੱਗਦੀ ਹੈ, ਪਰ ਉਹਦੀ ਇੱਜ਼ਤ ਬਹੁਤ ਜ਼ਿਆਦਾ ਹੁੰਦੀ ਹੈ। ਅੱਗੇ ਪਿੱਛੇ ਮੈਂ ਨਾ ਬਹੁਤ ਸਾਰੀਆਂ ਗੱਲਾਂ ਕਰਦਿਆਂ ਸੁਣਿਆ, ਕਹਿੰਦੇ ਵੀ ਹੈ ਬੜੀ ਸੱਚੀ ਉਹ ਬੀਬੀ, ਸੱਚੀ ਗੱਲ ਕਹਿੰਦੀ ਹੈ, ਕਿਸੇ ਨੂੰ ਕੌੜੀ ਲੱਗੇ ਕਿਸੇ ਨੂੰ ਮਿੱਠੀ ਲੱਗੇ। ਸੱਚੀ ਦਾ ਮਤਲਬ ਇਹ ਨਹੀਂ ਕਿ ਲੋਕਾਂ ਦੇ ਘਰੇ ਕਲੇਸ਼ੇ ਪਵਾ ਦਈਏ। ਝੂਠ ਵੀ ਰੱਬ ਨੇ ਬਣਾਇਆ, ਪਰ ਇਹ ਹੈ ਵੀ ਜਿੱਥੇ ਕਿਸੇ ਦਾ ਆਪਾਂ ਨੂੰ ਪਤਾ ਫਾਇਦਾ ਹੁੰਦਾ, ਉੱਥੇ ਫਿਰ ਕਈ ਵਾਰੀ ਆਪਾਂ ਨੂੰ ਇਹ ਦੂਜਾ ਸ਼ਸਤਰ ਵੀ ਵਰਤਣਾ ਪੈਂਦਾ। ਆਪਣੇ ਨਿੱਜੀ ਸਵਾਰਥ ਵਾਸਤੇ ਨਹੀਂ ਝੂਠ ਬੋਲਣਾ, ਪਰਾਏ ਭਲੇ ਵਾਸਤੇ ਝੂਠ ਬੋਲ ਦੇਣਾ ਉਹ ਗੱਲ ਹੋਰ ਹੈ। ਪਰ ਹੁਣ ਮੈਂ ਕੀ ਦੇਖਿਆ, ਆਮ ਕਰਕੇ, ਚਲੋ ਮੇਰਾ ਲੇਡੀਜ਼ ਨਾਲ ਜ਼ਿਆਦਾ ਬਾਹਰ ਰਿਹਾ, 95% ਬੀਬੀਆਂ, 98% ਬੱਚਿਆਂ ਦੀਆਂ ਗੱਲਾਂ ਆਪਣੇ ਪਤੀ ਤੋਂ ਲੁਕਾਉਂਦੀਆਂ ਨੇ, ਨਹੀਂ ਦੱਸਦੀਆਂ। ਇਹ ਕੁੜੀ ਕਿੱਥੇ ਜਾਂਦੀ ਹੈ, ਇਹ ਮੁੰਡਾ ਕਿੱਥੇ ਜਾਂਦਾ ਹੈ, ਇਹ ਮੁੰਡਾ ਕੀ ਕਰਦਾ, ਸਿੱਟਾ ਕੀ ਹੈ, ਸਮਾਜ ਦੇ ਵਿੱਚ ਅਫਰਾ ਤਫਰੀ ਮਚ ਗਈ। ਇੱਕ ਬੀਬੀ ਨੇ ਕਿਹਾ, ਵੀਰ ਜੀ ਮੇਰੀ ਆਹ ਸਮੱਸਿਆ ਵੀ ਤੁਸੀਂ ਨਾਲ ਚੱਲੋ ਮੇਰੇ। ਮੈਂ ਗਿਆ, ਮੈਂ ਉਹਨੂੰ ਵੈਸੇ ਹੀ ਕਿਹਾ, ਮੈਂ ਬੀਬੀ ਤੂੰ ਆਪਣੇ ਘਰ ਵਾਲੇ ਨੂੰ ਦੱਸਿਆ? ਤੂੰ ਉਹਨੂੰ ਕਹਿੰਦੀ ਲੈ ਉਹੀ ਨਹੀਂ, ਜਵਾਕਾਂ ਨੂੰ ਕੁੱਟ ਮਾਰ ਦੂ, ਪੁਲਿਸ ਵਾਲਾ ਗੁੱਸੇ 'ਚ ਆ ਕੇ ਉਹੀ ਭੁੰਨ ਦੂਗਾ ਸਭ ਨੂੰ। ਐਡੀ ਵੱਡੀ ਗੱਲ ਲੁਕੋਈ ਹੋਈ ਆ, ਐਡੀ ਵੱਡੀ ਗੱਲ ਲੁਕੋਈ ਹੋਈ ਆ, ਅੱਜ ਤੱਕ ਨਹੀਂ ਪਤਾ ਉਹਨੂੰ। ਚਲੋ ਮੈਨੂੰ ਤਾਂ ਦੱਸਣ ਦੀ ਕੀ ਲੋੜ ਆ, ਆਪਾਂ ਤਾਂ ਪਰਦਾ ਰੱਖਣ ਦੀ ਹੁਕਮ ਹੈ ਮਹਾਰਾਜ।
ਆਮ ਮੈਂ ਸਾਡੇ ਡਿਪਾਰਟਮੈਂਟ 'ਚ ਵੀ ਦੇਖਿਆ ਵੀ 95% ਬੀਬੀਆਂ, 5% ਹੋਣਗੀਆਂ ਇਹੀਆਂ ਜਿਹੜੀਆਂ ਆਪਣੇ ਪਤੀ ਨਾਲ ਸਾਰੀਆਂ ਗੱਲਾਂ ਸਾਂਝੀਆਂ ਕਰਦੀਆਂ ਨੇ, ਦੁੱਖ ਸੁੱਖ। ਆਮ ਕਰਕੇ ਮੈਂ ਦੇਖਿਆ ਪੇਕਿਆਂ ਦੀਆਂ ਗੱਲਾਂ, ਬੱਚਿਆਂ ਦੀਆਂ ਗੱਲਾਂ, ਇਹ ਨਣਦ ਭਰਜਾਈਆਂ ਦੀਆਂ ਗੱਲਾਂ 95% ਲੁਕਾਉਂਦੀਆਂ ਨੇ। ਕਹਿੰਦੇ ਬੰਦਿਆਂ ਨੂੰ ਕੀ ਪਤਾ ਹੁੰਦਾ, ਇਹ ਤਾਂ ਕਮਾਉਣ ਵਾਲੇ ਢੱਗੇ ਹੁੰਦੇ ਨੇ ਬਸ। ਚਲੋ ਖੈਰ, ਕਹਿੰਦੇ ਉਹ ਸੱਚ ਦੇ ਵਿੱਚ ਟਿਕੀ ਹੋਈ ਹੈ, ਉਹ ਪਤੀ ਦੀ ਸੇਜ ਮਾਣਦੀ ਹੈ। ਗੂੜਾ ਹੇਤ ਪਿਆਰ, ਪਿਆਰ ਵੀ ਬਹੁਤ ਗੂੜਾ ਹੁੰਦਾ, ਬਹੁਤ ਗੂੜਾ ਪਿਆਰ ਹੁੰਦਾ। ਫਿਰ ਧਨ ਫਿਰ ਇਹ ਨਾ ਆਖੀ ਹੈ ਬਹਿਣ ਇਕੱਠੇ ਹੋਏ, ਏਕ ਜੋਤ ਦੋਏ ਮੂਰਤ, ਇਹ ਹਾਂ ਦੋਏ ਮੂਰਤੀ ਧਨ ਫਿਰ ਕਹੀਏ ਸੋਏ। ਇਹ ਹੁੰਦੀ ਆ ਗੱਲ। ਆਹ ਕਈ ਵਾਰੀ ਅਖਬਾਰ 'ਚ ਪੜ੍ਹੀ ਦਾ, ਪਤੀ ਦੀ ਖਬਰ ਸੁਣੀ ਹੈ, ਨਾਲ ਦੀ ਨਾਲ ਬੀਬੀ ਨੂੰ ਸਰੀਰ ਤਿਆਗਤਾ। ਪਤਨੀ ਦੀ ਖਬਰ ਸੁਣੀ ਹੈ ਤੇ ਫਿਰ ਪਤੀ ਨੇ ਵੀ, ਮੈਨੂੰ ਲੱਗਦਾ ਉਹਦੇ ਸੰਸਕਾਰ ਵੇਲੇ ਤੋਂ ਪਹਿਲਾਂ ਆਪਣਾ ਸਰੀਰ ਛੁੱਟ ਜਾਂਦਾ ਅੰਦਰੋਂ। ਇਹ ਹੈ ਪਿਆਰ। ਬਹੁਤ ਘੱਟ ਵਡਭਾਗੇ ਜੋੜਿਆਂ ਨੂੰ ਕਿਹਾ, ਕਹਿੰਦੇ ਜੀ ਸਾਡੀ ਕਦੇ ਲੜਾਈ ਨਹੀਂ ਹੋਈ, ਨਹੀਂ ਤਾਂ ਜੇ ਦਿਨ 'ਚ 2-4 ਵਾਰੀ ਨਾ ਕਿਤੇ ਮਾੜਾ ਮੋਟਾ ਇਹ ਯੁੱਧ ਹੋਵੇ, ਰੋਟੀਓ ਨਹੀਂ ਹਜਮ ਆਉਂਦੀ। ਚਲੋ ਲੜਨਾ ਵੀ ਤਾਂ ਸੂਰਮਿਆਂ ਦਾ ਕੰਮ ਹੁੰਦਾ, ਉਹ ਕਿਹੜਾ ਕੈਰਾਂ ਦਾ ਕੰਮ ਹੁੰਦਾ। ਜਿਨ੍ਹਾਂ ਦੀ ਛਾਤੀ 'ਚ ਸ਼ੇਰ ਦੇ ਦਿਲ ਧੜਕਦੇ ਨੇ ਉਹੀ ਲੜਾਈ ਕਰਦੇ ਨੇ। ਚਲੋ ਖੈਰ, ਪਰ ਪਿਆਰ ਨਾਲ ਹੀ ਰਹਿਣਾ ਚਾਹੀਦਾ, ਪਿਆਰ ਨਾਲ ਹੀ ਰਹਿਣਾ ਚਾਹੀਦਾ। ਦੇਖਿਆ ਵੀ ਇੱਕ ਨੂੰ ਥੋੜ੍ਹਾ ਜਿਹਾ ਗਰਮੀ 'ਚ ਹੈ, ਦੂਜੇ ਨੂੰ ਠੰਡਾ ਹੋ ਜਾਣਾ ਚਾਹੀਦਾ ਹੈ। ਦੂਜੇ ਨੇ ਦੇਖ ਲਿਆ ਇਹ ਅੱਜ ਗਰਮੀ 'ਚ ਹੈ, ਠੰਡਾ ਹੋ ਜਾਣਾ ਚਾਹੀਦਾ। ਕੋਈ ਹਰਜ ਨਹੀਂ ਹੈ। ਹਰੇਕ ਗੱਡੀ ਚਾਹੇ ਮਹਿੰਗੀ ਹੈ ਨਾ, ਚਾਹੇ ਕੋਈ ਗੱਡੀ ਵੱਡੀ ਹੈ, ਹਰੇਕ ਨੂੰ ਬੈਕ ਗੇਅਰ ਲੱਗਿਆ ਹੁੰਦਾ, ਹਰੇਕ ਦੇ ਸਟੀਅਰਿੰਗ ਵੀ ਲੱਗਿਆ ਹੁੰਦਾ। ਜੇ ਬ੍ਰੇਕਾਂ ਨਾ ਹੋਣ ਨਾ, ਆਪਾਂ ਨੂੰ ਕਈ ਵਾਰੀ ਨਾ ਇਹ ਗ੍ਰਹਿ ਗ੍ਰਸਤੀ ਚਲਾਉਣ ਵਾਸਤੇ ਬ੍ਰੇਕ ਵੀ ਲਾਉਣੀ ਪੈਂਦੀ ਹੈ। ਕਈ ਵਾਰੀ ਇਕੱਲੀ ਬ੍ਰੇਕ ਨਹੀਂ ਲਾਉਣੀ ਪੈਂਦੀ, ਬੈਕ ਗੇਅਰ ਵੀ ਲਾਉਣਾ ਪੈਂਦਾ। ਕਈ ਵਾਰੀ ਫਿਰ ਉਹਦੇ ਨਾਲ ਕੋਈ ਗੱਲ ਨਹੀਂ ਸਰਦੀ, ਫਿਰ ਸਟੀਅਰਿੰਗ ਘੁਮਾ ਕੇ ਦੂਜੇ ਪਾਸੇ ਦੀ ਘੁੰਮਣਾ ਪੈਂਦਾ। ਇਹ ਜ਼ਿੰਦਗੀ ਦਾ ਯਾਤਰਾ ਜਿਹੜੇ ਹੈ ਸਫਲੀ ਬਿਨਾਂ ਕਿਸੇ ਦੁਰਘਟਨਾ ਤੋਂ ਲੰਘਾਉਣ ਵਾਸਤੇ ਆਪਾਂ ਨੂੰ ਇਹ ਜਿਹੜੀਆਂ ਉਦਾਹਰਨਾਂ ਸਾਧ ਸੰਗਤ ਜੀ ਸਾਨੂੰ ਹਰੇਕ ਚੀਜ਼ ਸਿਖਾ ਰਹੀ ਹੈ। ਗੱਡੀ ਵੀ ਸਿਖਾ ਰਹੀ ਹੈ ਵੀ ਐਵੇਂ ਨਾ ਆਪਦੀ ਅੜੀ ਤੇ ਅੜਿਆ ਰਹਿ, ਬੈਕ ਗੇਅਰ ਵੀ ਪਾ ਲਿਆ ਮਾੜਾ ਜਾ। ਜੇ ਪਰਿਵਾਰ ਕਹਿੰਦਾ ਥੋੜ੍ਹਾ ਮੰਨ ਜਾਓ ਜੀ, ਮੰਨ ਲੈ ਪਰਿਵਾਰ ਦੀ, ਮੰਨ ਲੈ ਪਰਿਵਾਰ ਤੇਰਾ ਜਿਹੜਾ ਸ਼ੁਭ ਚਿੰਤਕ ਹੈ, ਕੋਈ ਤੇਰਾ ਦੁਸ਼ਮਣ ਨਹੀਂ ਹੈ। ਚਲੋ ਖੈਰ, ਗੁਰੂ ਮਨਾਵੇ ਕਿਰਪਾ ਕਰਨ। ਕਹਿੰਦੇ ਫਿਰ ਜਿਹੜਾ ਪਿਆਰ ਆ ਉਹ ਗੂੜਾ ਹੁੰਦਾ, ਬਹੁਤ ਗੂੜਾ ਪੈਂਦਾ। ਗੁਰਮੁਖ ਜਾਣ ਸਿਆਣੀਐ, ਗੁਰੂ ਦੇ ਰਾਹੀਂ ਪਰਮਾਤਮਾ ਦੀ ਜਾਣ ਪਛਾਣ ਹੁੰਦੀ ਹੈ, ਪਰਮਾਤਮਾ ਨਾਲ ਜਾਣ ਪਛਾਣ ਹੁੰਦੀ ਹੈ। ਗੁਰ ਮੇਲੀ, ਫਿਰ ਗੁਰੂ ਮੇਲਦਾ। ਗੁਣ ਚਾਰ ਮਹੀਨੇ ਹੁੰਦਾ ਸੁੰਦਰ, ਕਿਉਂਕਿ 4 ਦੇ ਰਾਰੇ ਨੂੰ ਔਂਕੜ ਲੱਗੀ ਹੋਈ ਹੈ, ਇਹਦੇ ਮਹੀਨੇ ਹੁੰਦਾ ਸੁੰਦਰ। ਕਈ ਕੁੜੀਆਂ ਦਾ ਨਾਂ ਚਾਰੂ ਹੁੰਦਾ, ਚਾਰੂ ਮਹੀਨੇ ਸੁੰਦਰ। ਤੇ ਕਹਿੰਦੇ ਇਹ ਕਿਉਂਕਿ ਉਹਦੇ ਵਿੱਚ ਸ਼ੁਭ ਗੁਣ ਪੈਦਾ ਕਰਤੇ ਗੁਰੂ ਨੇ, ਸ਼ੁਭ ਗੁਣ ਪੈਦਾ ਕਰਕੇ ਪਰਮਾਤਮਾ ਨਾਲ ਉਹ ਵਡਭਾਗੀ ਜੀਵ ਇਸਤਰੀ ਨੂੰ ਮਿਲਾ ਦਿੱਤਾ। ਸਾਧ ਸੰਗਤ ਜੀ, ਅੱਜ ਮਹਾਰਾਜ ਨੇ ਇਹੀ ਉਪਦੇਸ਼ ਦਿੱਤਾ ਆਪਾਂ ਨੂੰ ਕਿ ਨਾਮ ਜਪਣਾ, ਉਹ ਵੀ ਪ੍ਰੇਮ ਦੇ ਨਾਲ ਜਪਣਾ, ਉਹ ਵੀ ਸਹਿਜ ਦੇ ਨਾਲ ਜਪਣਾ, ਤੇ ਫਿਰ ਜਿਹੜੇ ਔਗਣ ਨੇ ਉਹਨਾਂ ਦਾ ਤਿਆਗ ਕਰਨਾ। ਸਤਿਗੁਰੂ ਕਿਰਪਾ ਕਰਨ, ਇਹ ਉਪਦੇਸ਼ ਸਾਡੇ ਹਿਰਦਿਆਂ 'ਚ ਵਸ ਜਾਣ, ਇਸ ਉਪਦੇਸ਼ ਦੇ ਮੁਤਾਬਕ ਸਾਡਾ ਜੀਵਨ ਹੋ ਜੇ, ਤਾਂ ਕਿ ਸਾਧ ਸੰਗਤ ਜੀ ਸਾਡਾ ਆਇਆ, ਸਾਡਾ ਬੈਠਿਆ, ਸਾਡਾ ਸੁਣਿਆ, ਸਾਡਾ ਬੋਲਿਆ ਸਭ ਥਾਂ ਪੈ ਜਾਵੇ। ਗੁਰੂ ਨਾਨਕ ਦੇਵ ਮਹਾਰਾਜ ਬੜੇ ਦਿਆਲੂ ਨੇ। ਇਹ ਤਾਂ ਸਾਨੂੰ ਮੰਗਣਾ ਨਹੀਂ ਆਉਂਦਾ, ਉਹ ਤਾਂ ਨਾ ਦਾਤਾਂ ਲੈ ਕੇ ਐਂ ਮਤਲਬ ਖੜੇ ਨੇ ਲਈ, ਪਰ ਸਾਨੂੰ ਮੰਗਣਾ ਨਹੀਂ ਆਉਂਦਾ। ਨਾ ਮੰਗਣਾ ਆਉਣ ਕਰਕੇ ਨਾ, ਜਿਵੇਂ ਉਹ ਬਾਬਾ ਜੀ ਆਪਾਂ ਨੂੰ ਗੱਲ ਸੁਣਾਉਂਦੇ ਹੁੰਦੇ ਨੇ, ਉਹ ਬਜ਼ੁਰਗ ਨੂੰ ਵੀ ਲੈ ਗਏ ਸੀ ਸੱਚਖੰਡ ਮਹਾਰਾਜ, ਪੁੱਛਿਆ ਕਹਿੰਦੇ ਕੀ ਕਰਨਾ, ਇਹ ਕਹਿੰਦੇ ਜੀ ਘਰ ਜਾਣਾ। ਕਹਿੰਦੇ ਫਿਰ ਕਹਿੰਦੇ ਸੀ ਵੀ ਭਈ ਇਹਨੂੰ ਗੱਦੇ 'ਤੇ ਚੜ੍ਹਾ ਕੇ ਛੱਡ ਕੇ ਆਓ। ਉਹ ਸਾਨੂੰ ਮੰਗਣਾ ਨਹੀਂ ਆਉਂਦਾ, ਬਸ ਅਸੀਂ ਉੱਥੇ ਮਾਰ ਖਾ ਜਾਂਦੇ ਹਾਂ ਕਈ ਵਾਰੀ। ਮਹਾਰਾਜ ਬਖਸ਼ਿਸ਼ ਕਰਨ, ਬਹੁਤ ਤਰ੍ਹਾਂ ਦੀਆਂ ਭੁੱਲਾਂ ਚੁੱਕਾਂ ਗਲਤੀਆਂ ਹੋਈਆਂ ਨੇ, ਅਸੀਸ ਦੇਣੀਆਂ ਅੱਗੇ ਵਾਸਤੇ, ਇਹਨਾਂ ਗਲਤੀਆਂ ਦੀ ਮੁਆਫੀ ਬਖਸ਼ਿਸ਼ ਕਰਨੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਬੇਨਤੀ ਇਹ ਹੈ ਕਿ ਕੱਲ੍ਹ ਨੂੰ ਆਪਣੇ ਸਹਿਜ ਪਾਠ ਪ੍ਰਕਾਸ਼ ਹੋਣੇ ਨੇ। ਹੁਣ ਸੇਵਾ ਹੋਊਗੀ ਅਤੇ ਜਿਨ੍ਹਾਂ ਪਾਠੀਆਂ ਦੀਆਂ ਡਿਊਟੀਆਂ ਲੱਗੀਆਂ ਨੇ ਉਹਨਾਂ ਨੇ ਯਾਦ ਰੱਖਣਾ, ਅਤੇ ਆਂਢੀਆਂ ਗੁਆਂਢੀਆਂ ਨੂੰ ਵੀ ਸੁਚੇਤ ਕਰ ਦੇਣਾ ਹੈ ਨਾ। ਅਤੇ ਕਈ ਜਿਹੜੇ ਨਹੀਂ ਆਉਂਦੇ, ਵੈਸੇ ਤਾਂ ਇਹ ਆਪਣਾ ਕਾਕਾ ਜਿਹੜਾ ਹੈ ਪਾ ਦਿੰਦੇ ਨੇ ਗਰੁੱਪ ਦੇ ਵਿੱਚ, ਪਰ ਹੁਣ ਮੇਰੇ ਵਰਗਾ ਕੋਈ ਪੜ੍ਹਦਾ ਹੀ ਨਹੀਂ, ਕਈ ਵਾਰੀ ਪੜ੍ਹਦੇ ਹੀ ਨਹੀਂ ਹੈਗੇ।
ਚਲੋ ਪੜ੍ਹ ਵੀ ਲੈਣਾ, ਦੇਖ ਲੈਣਾ, ਆਪਣੀਆਂ ਡਿਊਟੀਆਂ ਪ੍ਰਤੀ ਸੁਚੇਤ ਰਹਿਣਾ। ਕੱਲ੍ਹ ਨੂੰ ਜਿਵੇਂ ਹੈ ਆਪਣਾ 7:40 'ਤੇ ਆਨੰਦ ਸਾਹਿਬ ਸ਼ੁਰੂ ਹੋ ਜਾਂਦਾ ਅਤੇ ਫਿਰ ਜਿਹੜਾ ਹੈ 8 ਵਜੇ ਉਹ ਤੋਂ ਪਹਿਲਾਂ ਅਰਦਾਸ ਹੋ ਕੇ 8 ਵਜੇ ਜਿਹੜੇ ਹੈਗੇ ਨੇ ਅਖੰਡ ਪਾਠ ਸਾਹਿਬ ਪ੍ਰਾਰੰਭ ਹੋ ਜਾਂਦੇ ਨੇ। ਆਪ ਹੀ ਨੇ ਸਾਰਿਆਂ ਨੇ ਹਾਜ਼ਰੀ ਭਰਨ ਦੀ ਕਿਰਪਾ ਕਰਨੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।